ਸਰੀ ਦੀ ਸੇਵਕ ਇਲੈਕਸ਼ਨ 15 ਅਕਤੂਬਰ ਨੂੰ ਹੋਣ ਜਾ ਰਹੀ ਆ। ਬੀਤੇ ਕੱਲ੍ਹ ਮੈਂਬਰ ਪਾਰਲੀਮੈਂਟ ਸੁਖ ਧਾਲੀਵਾਲ ਵੱਲੋਂ ਆਪਣੀ ਟੀਮ ਦਾ ਐਲਾਨ ਕਰ ਦਿੱਤਾ ਗਿਆ, ਜਿਹੜਾ ਕਿ ਬੜੇ ਲੰਬੇ ਸਮੇਂ ਤੋਂ ਉਡੀਕਿਆ ਜਾ ਰਿਹਾ ਸੀ। ਚਰਚਾ ਪਹਿਲਾਂ ਤੋਂ ਹੀ ਸੀ। ਬਾਕੀ ਕੌਣ-ਕੌਣ ਉਮੀਦਵਾਰ ਇਸ ਵੇਲੇ ਮੈਦਾਨ ਵਿੱਚ ਨੇ, ਇਹਨਾਂ ਸਾਰੇ ਉਮੀਦਵਾਰਾਂ ਨੂੰ ਜੇਕਰ ਸੌਖਿਆਂ ਸਮਝਣਾ ਹੋਵੇ ਜਾਂ ਉਹਨਾਂ ਦੇ ਕੀ ਉਹਨਾਂ ਦੀ ਸਟਰੈਂਥ ਕੀ ਆ ਜਾਂ ਕਿਹੜੇ ਉਹਨਾਂ ਦੇ ਪੁਆਇੰਟਸ ਨੇ ਜਿੱਥੇ ਉਹ ਲੈਕ ਕਰਦੇ ਆ, ਇਹਦੇ ਸੰਬੰਧੀ ਅੱਜ ਅਸੀਂ ਗੱਲਬਾਤ ਕਰਨੀ ਹੈ। ਗੁਰਪ੍ਰੀਤ ਸਿੰਘ ਸੋਤਾ ਸਾਡੇ ਨਾਲ ਨੇ। ਸੋਤਾ ਸਾਹਿਬ, ਕੱਲ੍ਹ ਸੁਖ ਧਾਲੀਵਾਲ ਹੁਣੀ ਆਪਣੀ ਟੀਮ ਦਾ ਐਲਾਨ ਕਰ ਦਿੱਤਾ, ਬਹੁਤ ਵੱਡਾ ਇਕੱਠ ਸੀ, ਸਟਰੈਂਥ ਕਿਹੜੀ ਦੇਖਦੇ ਆ ਉਹਨਾਂ ਦੀ ਜੀ? ਜੇ ਆਪਾਂ ਸੁਖ ਧਾਲੀਵਾਲ ਉਹਨਾਂ ਦੀ ਗੱਲ ਕਰੀਏ ਤਾਂ ਜਿਵੇਂ ਕੱਲ੍ਹ ਉਹਨਾਂ ਦਾ ਉਹ ਮੈਂ ਇਹਨੂੰ ਸ਼ਕਤੀ ਪ੍ਰਦਰਸ਼ਨ ਹੀ ਕਹੂੰਗਾ ਵੀ ਉਹਨਾਂ ਨੇ ਬਹੁਤ ਵੱਡਾ ਇਕੱਠ ਕਰਕੇ ਸੈਂਕੜਿਆਂ ਦੀ ਗਿਣਤੀ 'ਚ ਬੰਦੇ ਇਕੱਠੇ ਕਰਕੇ ਫਿਰ ਆਪਣੀ ਅਨਾਊਂਸਮੈਂਟ ਜਿਹੜੀ ਕੀਤੀ ਹੈ, ਜਿਹਦੇ ਵਿੱਚ ਕਿ ਜਸਵੀਰ ਸੰਧੂ ਜਿਹੜੇ ਕਿ ਸਾਬਕਾ NDP MP ਉਹਨਾਂ ਦਾ ਵੀ ਹੱਥ ਹੋਊਗਾ, ਉਹਨਾਂ ਦੇ ਵੀ ਬੰਦੇ ਹੋਣਗੇ। ਸੋ ਬੇਸਿਕਲੀ ਤਾਂ ਇਹੀ ਸਟਰੈਂਥ ਹੈ ਉਹਨਾਂ ਦੀ ਵੀ ਉਹ ਸੋਚਦੇ ਆ ਕਿ ਉਹਨਾਂ ਦੇ ਮਗਰ ਲੋਕ ਬਹੁਤ ਆ। ਇੱਕ MP ਹੋਣ ਦੇ ਨਾਤੇ ਉਹਨਾਂ ਨੇ ਲੰਮਾ ਸਮਾਂ ਇਸ ਸਰੀ ਨਿਊਟਨ ਹਲਕੇ ਨੂੰ ਸਰਵ ਕੀਤਾ ਆ। ਉਹਨਾਂ ਨੇ ਲੋਕਾਂ ਦੇ ਕੰਮ ਬਹੁਤ ਕਰਾਏ ਇਮੀਗ੍ਰੇਸ਼ਨ ਮਾਮਲੇ ਦੇ ਵਿੱਚ, ਖਾਸ ਕਰਕੇ। ਇਸ ਕਰਕੇ ਉਹਨਾਂ ਨੂੰ ਆਸਾਂ ਆ ਵੀ ਇਹ ਲੋਕ ਜਿਹੜੇ ਆ ਵੀ ਹੁਣ ਜੇ ਉਹ ਕੌਂਸਲ ਦੀ ਚੋਣ ਲੜ ਰਹੇ ਆ ਤਾਂ ਉਹਨੂੰ ਜਿਤਾਉਣਗੇ। ਸੋ ਇੱਕ ਉਹਨਾਂ ਦਾ ਆਲਰੇਡੀ ਬਣਿਆ ਹੋਇਆ ਨੈਟਵਰਕ ਆ, ਕਿਉਂਕਿ ਜਿਹੜਾ ਬੰਦਾ 5 ਵਾਰੀ MP ਬਣ ਚੁੱਕਾ ਉਹਦੇ ਕੋਲ ਇੱਕ ਪਹਿਲਾਂ ਹੀ ਬਹੁਤ ਵੱਡਾ ਨੈਟਵਰਕ ਬਣਿਆ ਹੋਇਆ ਲਿਸਟਾਂ ਦਾ, ਬੰਦਿਆਂ ਦਾ, ਉਹਨਾਂ ਨੂੰ ਵੋਟਾਂ ਕਢਾਉਣੀਆਂ ਕਿਵੇਂ ਆ, ਅਤੇ ਉਹ ਸਾਰਾ ਕੁਛ ਜਿਹੜਾ ਇੱਥੇ ਵਰਤਿਆ ਜਾਊਗਾ। ਤੁਸੀਂ ਦੇਖੋਗੇ ਕਿ ਐਤਕੀ ਸਰੀ ਦੀਆਂ ਚੋਣਾਂ ਦੇ ਵਿੱਚ ਕੈਨੇਡਾ ਅਮਰੀਕਾ ਤੋਂ ਵੀ ਜਿਵੇਂ ਬਾਕੀ ਇਲੈਕਸ਼ਨਾਂ ਦੇ ਵਿੱਚ ਆ ਕੇ ਜ਼ੋਰ ਲੱਗਦਾ ਆ, ਉਵੇਂ ਜ਼ੋਰ ਲੱਗੂਗਾ। ਅਤੇ ਉਹ ਜ਼ੋਰ ਸੁਖ ਧਾਲੀਵਾਲ ਕਰਕੇ ਲੱਗਣਾ, ਕਿਉਂਕਿ ਉਹਨਾਂ ਦੀ ਇੱਕ ਸਟ੍ਰੈਟਜੀ ਹੁੰਦੀ ਆ ਵੀ ਜਿੰਨੇ ਰਿਸ਼ਤੇਦਾਰ ਆ, ਫੁੱਫੜ ਮਾਸੜ ਸਾਰੇ ਲਿਆ ਕੇ ਸੱਦ ਕੇ ਸਰੀ ਬਿਠਾ ਲੈਣੇ ਹੁੰਦੇ, ਸਾਰਿਆਂ ਦੇ ਵੀ ਵੋਟਾਂ ਪਵਾ ਕੇ ਜਾਇਓ। ਸੋ ਇੱਕ ਉਹਨਾਂ ਦੀ ਸਟਰੈਂਥ ਹੈਗੀ ਆ, ਇੱਕ ਲੰਮਾ ਤਜਰਬਾ ਜਿਹੜਾ ਆ ਉਹਨਾਂ ਦਾ ਮੈਂਬਰ ਪਾਰਲੀਮੈਂਟ ਹੋਣ ਦੇ ਨਾਤੇ ਇੱਥੇ ਵਿਚਰਨ ਕਰਕੇ ਲੋਕਾਂ ਨਾਲ ਜਿਹੜਾ ਮੇਲ ਮਿਲਾਪ ਆ, ਉਹ ਉਹਨਾਂ ਦੀ ਸਟਰੈਂਥ ਗਿਣੀ ਜਾਊਗੀ ਜੀ। ਇੱਕ ਜਿਹੜਾ ਉਹਨਾਂ ਦੀ ਖਾਸ ਗੱਲ ਮੰਨੀ ਜਾਂਦੀ ਹੈ ਵੀ ਉਹ ਪਰਸਨਲੀ ਇਕੱਲੇ ਬੰਦੇ ਨੂੰ ਜਾਣਦੇ ਹੁੰਦੇ ਆ, ਉਹਨੂੰ ਫੋਨ 'ਤੇ ਵੀ ਗੱਲ ਕਰਦੇ ਆ, ਉਹਨੂੰ ਰੈਕੋਗਨਾਈਜ਼ ਵੀ ਕਰਦੇ, ਉਹਨੂੰ ਨਾਂ ਵੀ ਚੇਤੇ ਹੁੰਦੇ। ਇਹ ਚੀਜ਼ ਦਾ ਕਿੰਨਾ ਕੁ ਫਰਕ ਪਊਗਾ ਇਸ ਇਲੈਕਸ਼ਨ 'ਚ? ਦੇਖੋ, ਇੱਕ ਗੱਲ ਆਪਾਂ ਭੁੱਲ ਰਹੇ ਹਾਂ ਵੀ ਇਹ ਇਲੈਕਸ਼ਨਾਂ ਇਕੱਲੇ ਪੰਜਾਬ ਦੀ ਕਿਸੇ ਪਿੰਡ ਦੀ ਪੰਚਾਇਤ ਦੀਆਂ ਨਹੀਂ ਹੋ ਰਹੀਆਂ, ਇਹ ਸਰੀ ਦੀਆਂ ਹੋ ਰਹੀਆਂ। ਸਰੀ ਦੇ ਵਿੱਚ 104 ਬੋਲੀਆਂ ਜਾਂਦੀਆਂ, ਜਿਨ੍ਹਾਂ ਦੇ ਵਿੱਚੋਂ ਪੰਜਾਬੀ ਇੱਕ ਬੋਲੀ, 103 ਬੋਲੀਆਂ ਹੋਰ ਬੋਲੀਆਂ ਜਾਂਦੀਆਂ, ਅਤੇ ਹੋਰ ਲੋਕ ਵੀ ਇੱਥੇ ਵੱਸਦੇ ਆ, ਉਹਨਾਂ ਦੀਆਂ ਵੀ ਵੋਟਾਂ ਆ। ਜਿਹੜੇ ਪੰਜਾਬੀ ਆ, ਜਿਹੜੇ ਮੂਹਰੇ ਹੋ ਕੇ ਤੁਰੇ ਫਿਰਦੇ, ਉਹਨਾਂ 'ਚ ਅੱਧਿਆਂ ਦੀ ਵੋਟ ਹੈ ਨਹੀਂ। ਵੋਟਾਂ 'ਤੇ ਸਿਰਫ ਸਿਟੀਜ਼ਨਸ਼ਿਪ ਵਾਲਿਆਂ ਦੀਆਂ ਪੈਂਦੀਆਂ ਆ। ਪਕੌੜੇ ਖਾਣ ਨੂੰ ਸਾਰੇ ਚੱਲ ਜਾਂਦੇ ਆ, ਪੈਸੇ ਦੇਣ ਨੂੰ ਸਾਰੇ ਚੱਲ ਜਾਂਦੇ ਆ, ਵੋਟਾਂ ਨਹੀਂ ਪਾਉਂਦੇ, ਪਾ ਹੀ ਨਹੀਂ ਸਕਦੇ, ਵੋਟ ਹੈ ਹੀ ਨਹੀਂ ਉਹਨਾਂ ਦੀ ਹੈਗੀ, ਸਿਟੀਜ਼ਨਸ਼ਿਪ ਲੈਣੀ ਪੈਂਦੀ ਆ। ਸੋ ਇਹ ਪੰਜਾਬੀਆਂ ਦੇ ਉੱਤੇ ਇਕੱਲਾ ਨਹੀਂ ਆਪਾਂ ਦੇਖ ਸਕਦੇ ਵੀ ਜੇ ਬੋਲ ਬਾਣੀ ਪੰਜਾਬੀਆਂ ਦੇ ਵਿੱਚ ਕਿੰਨੀ ਗਾ, ਮਤਲਬ ਕਿ ਗੋਰਿਆਂ ਦੇ ਨਾਲ ਉਹਨਾਂ ਦਾ ਸਹਿਚਾਰ ਕਿੰਨਾ ਆ, ਉਹ ਕੋਈ ਬਹੁਤਾ ਵਧੀਆ ਨਹੀਂ ਹੈਗਾ। ਉਹ ਆਲ ਓਵਰ ਆਪਾਂ ਸਾਰੀਆਂ ਕਮਿਊਨਿਟੀਆਂ ਦੀ ਗੱਲ ਕਰੀਏ, ਸਮਾਲੀਅਨ ਆ, ਫੀਜੀਅਨ ਆ, ਮੁਸਲਮਾਨ ਆ, ਅਤੇ ਇਸ ਤੋਂ ਇਲਾਵਾ ਵੀਅਤਨਾਮੀ, ਫਿਲੀਪੀਨਸ ਜਾਂ ਹੋਰ ਕਿੰਨੀਆਂ ਕਮਿਊਨਿਟੀਆਂ ਦਾ ਮੈਂ ਨਾਂ ਲੈ ਸਕਦਾ ਵੀ ਉਹਨਾਂ ਦੇ ਨਾਲ ਸਹਿਚਾਰ ਕੀ ਆ, ਉਹ ਹੋ ਜਿਹਾ ਹੈਗਾ ਜਿਹੋ ਜਿਹਾ ਉਹਨਾਂ ਦਾ ਪੰਜਾਬੀਆਂ ਦੇ ਨਾਲ ਆ? ਜਵਾਬ ਆ ਨਹੀਂ। ਸੋ ਇਹ ਗੱਲਾਂ ਕਈ ਦੇਖਣ ਵਾਲੀਆਂ। ਇੱਕ ਇੱਥੇ ਹੁਣ ਅਸੀਂ ਬਾਕੀ ਵੀ ਨਾਲ ਹੀ ਗੱਲ ਕਰਦੇ ਬਹੁਤ ਸੰਖੇਪ ਦੇ ਵਿੱਚ, ਪੰਜਾਬੀ ਫੈਕਟਰ ਕਿੱਡਾ ਕੁ ਵੱਡਾ ਹੈ ਇਸ ਇਲੈਕਸ਼ਨ ਦੇ ਵਿੱਚ? ਆਮ ਬੰਦੇ ਨੂੰ ਹੁਣ ਤੁਸੀਂ ਕਿਹਾ ਵੀ 103 ਬੋਲੀਆਂ ਹੋਰ ਬੋਲੀਆਂ ਜਾਂਦੀਆਂ, ਕਿ ਸੱਚੀ 104ਵੇਂ ਨੰਬਰ 'ਤੇ ਪੰਜਾਬੀ, ਜਾਂ ਪੋਲੀਟਿਕਸ ਦੇ ਵਿੱਚ ਇਹਨਾਂ ਦਾ ਰੋਲ ਵੱਡਾ ਆ ਇਹਦੇ ਤੋਂ? ਪੰਜਾਬੀ ਆਪਾਂ ਇਹ ਕਹਿ ਸਕਦੇ ਹਾਂ ਵੀ ਪਹਿਲਿਆਂ ਦੋਵਾਂ ਤਿੰਨਾਂ ਦੇ ਵਿੱਚ ਕਹਿ ਸਕਦੇ ਹਾਂ ਵੀ ਇੱਕ ਤਾਂ ਉਹ ਕਹਿ ਲਓ ਵੀ ਜਿਹੜੀ ਮੇਨ ਸਟਰੀਮ ਕਮਿਊਨਿਟੀ ਆ, ਜਿਹਦੇ ਵਿੱਚ ਆਪਾਂ ਖੁੱਲ੍ਹ ਕੇ ਗੱਲ ਕਹਿ ਸਕਦੇ ਹਾਂ ਵੀ ਜਿਹੜੀ ਵਾਈਟ ਕਮਿਊਨਿਟੀ ਆ, ਅਤੇ ਦੂਜੇ ਤੇ ਉੱਤੇ ਆਪਾਂ ਰੱਖ ਸਕਦੇ ਹਾਂ ਵੀ ਪੰਜਾਬੀ ਜਿਹੜੇ ਆ ਪੋਲੀਟੀਕਲੀ ਐਕਟਿਵ ਜ਼ਿਆਦਾ, ਜਾਂ ਘੱਟ ਵੀ ਹੋਣ ਗਿਣਤੀ ਵਿੱਚ, ਐਕਟਿਵ ਜ਼ਿਆਦਾ ਹੈਗੇ ਆ। ਪਰ ਗੱਲ ਆ ਵੀ ਵੋਟਾਂ ਪਾਉਣ ਨਹੀਂ ਨਿਕਲਦੇ। ਤੁਸੀਂ ਪਿਛਲੀਆਂ ਚੋਣਾਂ ਦੇ ਅੰਕੜੇ ਦਾ ਕੱਢ ਕੇ ਦੇਖੋ ਵੀ ਕਿੰਨੇ ਹੀ ਵੋਟ ਸੀਗੀ ਅਤੇ ਕਿੰਨੇ ਜਾਣੇ ਵੋਟ ਪਾਉਣ ਗਏ ਆ। ਰੌਲਾ ਬਹੁਤ ਪਾ ਲੈਂਦੇ ਆ, ਅਸੀਂ ਭੰਗੜੇ ਪਾ ਸਕਦੇ ਹਾਂ, ਦਫ਼ਤਰ ਦੇ ਵਿੱਚ ਕਿਸੇ ਦੇ ਦਿਨ ਸਵੇਰੇ ਰਾਤ ਜਾ ਕੇ ਬਹਿ ਸਕਦੇ ਹਾਂ, ਉਹਨੂੰ $1000 ਵੀ ਦੇ ਸਕਦੇ ਹਾਂ, ਫੋਨ ਵੀ ਕਰ ਸਕਦੇ ਹਾਂ, ਪਰ ਵੋਟਾਂ ਪਾਉਣ ਵੇਲੇ ਪਤਾ ਨਹੀਂ ਕੀ ਹੋ ਜਾਂਦਾ, ਵੋਟਾਂ ਪਾਉਣ ਨਹੀਂ ਨਿਕਲਦੇ। ਉਹਦਾ ਕਾਰਨ ਕੀ ਆ ਕਿ ਜਿਹੜੀ ਇੱਧਰਲੀ ਜੰਪਲ ਪੀੜ੍ਹੀ ਹੈ, ਜਿਹੜੇ ਉਹ ਲੋਕ ਜਿਹੜੇ ਪੁਰਾਣੇ ਆ ਚੁੱਕੇ ਆ, ਉਹ ਅਕਲਕਾਨ ਹੋ ਜਾਂਦੇ ਵੀ ਆਹੀ ਸਾਰੇ ਇੱਕੋ ਜਿਹਾ ਹੀ ਆ, ਦਫਾ ਕਰੋ, ਵੋਟ ਕਿਉਂ ਪਾਉਣੀ ਹੈ। ਸੋ ਆਬਾਦੀ ਤਾਂ ਸੀਗੀ ਬਹੁਤ ਜ਼ਿਆਦਾ ਸਰੀ ਦੀ, ਪਰ ਵੋਟਾਂ 1,10,000 ਦੇ ਕਰੀਬ ਪਈਆਂ, 5 ਲੱਖ ਦੇ ਕਰੀਬ ਆਬਾਦੀ ਸੀਗੀ। ਸੋ ਇਸ ਕਰਕੇ ਇਹ ਗੱਲਾਂ ਦੇਖਣ ਵਾਲੀਆਂ ਹੈਗੀਆਂ ਜੀ। ਇਹ ਲੱਗਦਾ ਤੁਹਾਨੂੰ ਕਿ ਦੂਜੀਆਂ ਜਿਹੜੀ ਵਾਈਟ ਕਮਿਊਨਿਟੀ ਆ, ਉਹਦੇ ਵਿੱਚ ਇੱਕ ਪੰਜਾਬੀ ਉਮੀਦਵਾਰ ਦੀ ਐਕਸੈਪਟੈਂਸ ਨਾ ਹੋਣੀ, ਇਹਨਾਂ ਦਾ ਇੱਥੇ ਲੈਕ ਕਰਨਗੇ ਸੁਖ ਧਾਲੀਵਾਲ, ਇਹ ਵੀਕ ਪੁਆਇੰਟ ਬਣ ਸਕਦੇ? ਬਿਲਕੁਲ ਇੱਕ ਇਹ ਵੀਕ ਪੁਆਇੰਟ ਹੋਣਾ ਆ ਜੀ ਉਹਨਾਂ ਦਾ, ਕਿਉਂਕਿ ਜਿਹੜੇ ਜਦੋਂ ਤੁਸੀਂ ਹੁਣ ਕੌਮੈਂਟ ਪੜ੍ਹਦੇ ਆ ਨਾ ਥੱਲੇ ਮੇਨ ਸਟਰੀਮ ਕਮਿਊਨਿਟੀ ਦੇ ਵਿੱਚ, ਸੋ ਉਹ ਕਿਤੇ ਨਾ ਕਿਤੇ ਜਿਹੜੇ ਗੋਰੇ ਆ ਜਾਂ ਹੋਰ ਕਮਿਊਨਿਟੀਜ਼ ਆ, ਉਹ ਸਾਡੇ ਬਾਰੇ ਇੱਕ ਇਹ ਧਾਰਨਾ ਬਣਾ ਕੇ ਬੈਠੇ ਆ ਵੀ ਇਹ ਸਰੀ ਬਹੁਤ ਵਧੀਆ ਸ਼ਹਿਰ ਸੀਗਾ, ਇਹਨਾਂ ਬੰਦਿਆਂ ਨੇ ਕਿਤੇ ਨਾ ਕਿਤੇ ਕਾਨੂੰਨ ਭੰਗ ਕੀਤੇ ਆ, ਚਾਹੇ ਉਹ ਘਰਾਂ ਨੂੰ ਬਣਾਉਣ ਦੇ ਵਿੱਚ ਸੀਗਾ, ਚਾਹੇ ਇਹ ਸੜਕਾਂ ਦੇ ਉੱਤੇ ਕਾਨੂੰਨ ਸੀਗੇ, ਪੁਲਿਸ ਦੇ ਸੀਗੇ, ਗੈਂਗ ਵਾਇਲੈਂਸ ਸੀਗੀ, ਜਾਂ ਕਿਤੇ ਨਾ ਕਿਤੇ ਆ ਪੋਲੀਟੀਕਲੀ ਜੋ ਕੁਛ ਸਾਰਾ ਕੁਛ ਹੋਇਆ ਉਹ ਸਮਝਦੇ ਆ
ਮੂੰਹ 'ਤੇ ਚਾਹੇ ਨਾ ਕਹਿਣ, ਪਰ ਇੱਕ ਦਿਲ ਦੇ ਕੋਨੇ ਦੇ ਵਿੱਚ ਉਹਨਾਂ ਦੀ ਗੱਲ ਇਹ ਹੈਗੀ ਆ ਵੀ ਇਹਨਾਂ ਬੰਦਿਆਂ ਨੇ ਆ ਕੇ ਕਾਨੂੰਨ ਭੰਗ ਕੀਤੇ ਆ। ਉਹ ਸੋ ਪਸੰਦ ਨਹੀਂ ਕਰਦੇ ਹੈਗੇ। ਉਹਨਾਂ ਦਾ ਜਦੋਂ ਨਕਲੀ ਆਈਡੀਆਂ ਤੋਂ ਖੁੱਲ੍ਹ ਕੇ ਪ੍ਰਗਟਾਵਾ ਇਸ ਗੱਲ ਦਾ ਕਰਦੇ ਆ, ਪੰਜਾਬੀ ਉਮੀਦਵਾਰ ਕੋਈ ਹੋਵੇ, ਚਾਹੇ ਸੁੱਖ ਧਾਲੀਵਾਲ ਹੋਣੀ, ਚਾਹੇ ਜਿਨੀ ਸਹਿਮਦ ਹੋਣੀ ਹੋਣ, ਚਾਹੇ ਕੋਈ ਹੋਰ ਹੋਵੇ, ਇਸ ਗੱਲ ਦਾ ਅਸਰ ਪੈਣਾ ਹੀ ਪੈਣਾ ਆ ਕਿ ਜਿਹੜੇ ਹੋਰ ਕਮਿਊਨਿਟੀਜ਼ ਵਾਲੇ ਆ ਉਹ ਆਪਾਂ ਕੁਛ ਬਹੁਤ ਚੰਗਾ ਸਮਝਦੇ ਆ, ਪਰ ਬਹੁਤੇ ਜਿਹੜੇ ਆਪਾਂ ਨੂੰ ਉਹ ਇਸ ਤਰ੍ਹਾਂ ਦੇਖਦੇ ਆ ਵੀ ਇਹਨਾਂ ਬੰਦਿਆਂ ਦੇ ਹੱਥ ਰਾਜ ਨਹੀਂ ਹੋਣਾ ਚਾਹੀਦਾ। ਅਤੇ ਇੱਦਾਂ ਵੀ ਆ ਵੀ ਆਪਣੇ ਲੋਕ ਪੰਜਾਬੀ ਜਿਹੜੇ ਆ ਇੱਧਰਲੇ ਐਗਜ਼ਾਮਪਲ ਜਿਹੜੇ ਹੋਰ ਪੰਜਾਬ ਤੋਂ ਆਏ ਆ, ਉਹ ਵੀ ਇਹ ਸੋਚਣ ਲੱਗ ਪਏ ਵੀ ਜੇ ਇੱਥੇ ਪੰਜਾਬੀਆਂ ਨੇ ਰਾਜ ਕਰਨਾ ਸੀਗਾ ਤਾਂ ਫਿਰ ਬਾਦਲ ਕੈਪਟਨ ਹੋਣੀ ਮਾੜੇ ਸੀਗੇ, ਪੰਜਾਬ 'ਚ ਉਹੀ ਰਾਜ ਕਰਦੇ ਸੀਗੇ। ਇੱਥੇ ਆਏ ਤਾਂ ਆ ਵੀ ਇੱਥੇ ਗੋਰਿਆਂ ਦਾ ਸਿਸਟਮ ਵਧੀਆ ਹੈ, ਰਾਜ ਉਹਨਾਂ ਦਾ ਵਧੀਆ, ਅਤੇ ਜੇ ਇੱਥੇ ਆ ਕੇ ਵੀ ਤੀਰਥ ਸਿੰਘ ਤੇ ਨੱਥਾ ਸਿੰਘ ਤੇ ਧੰਨਾ ਸਿੰਘ ਨੇ ਆ ਕੇ ਰਾਜ ਕਰਨਾ ਅਤੇ ਫਿਰ ਉੱਥੇ ਮਾੜੇ ਸੀਗੇ, ਫਿਰ ਤਾਂ ਆਹੀ ਸਿਸਟਮ ਉੱਥੇ ਬਣਾ ਦੇਣਾ। ਸੋ ਅਕਸਰ ਇਹ ਗੱਲ ਚੱਲਦੀ ਹੈ। ਦੂਜੇ ਨੰਬਰ ਤੇ ਆਉਂਦੇ ਨੇ ਡੱਗ ਮੁਕੱਲਮ। ਅਸੀਂ ਉਹਨਾਂ ਦੀ ਗੱਲ ਕਰਦੇ ਜਿਹੜੇ ਇਸ ਵੇਲੇ ਮੇਅਰ ਨੇ, ਇਹਨਾਂ ਦੀ ਸਟਰੈਂਥ ਕਿਹੜੀ ਆ? ਡੱਗ ਮੁਕੱਲਮ ਦੀ ਜਿਹੜੀ ਸਭ ਤੋਂ ਵੱਡੀ ਸਟਰੈਂਥ ਉਹ ਇਹ ਹੈ ਜੀ, ਉਹਨਾਂ ਨੇ ਜਿਹੜੇ ਵਾਅਦੇ ਕੀਤੇ ਸੀਗੇ ਉਹ ਸਾਰੇ ਪੂਰੇ ਕਰਤੇ। ਚਾਹੇ ਉਹਨਾਂ ਨੇ LRT ਰੱਦ ਕਰਕੇ ਸਕਾਈ ਟ੍ਰੇਨ ਬਣਾਉਣ ਦਾ ਵਾਅਦਾ ਕੀਤਾ ਸੀਗਾ, ਉਹ ਪੂਰਾ ਕਰਤਾ। ਜਿਹੜਾ ਸਭ ਤੋਂ ਵੱਡਾ ਵਾਅਦਾ ਸੀਗਾ ਗੈਂਗ ਹਿੰਸਾ ਨੂੰ ਰੋਕਣ ਵਾਸਤੇ ਸਰੀ ਪੁਲਿਸ ਦੀ ਕਾਇਮੀ, ਉਹ ਬਹੁਤ ਵੱਡਾ ਵਾਅਦਾ ਸੀਗਾ। ਤੁਸੀਂ ਦੇਖੋ ਵੀ ਉਹਨਾਂ ਨੇ ਪੋਲੀਟੀਕਲ ਕੈਰੀਅਰ ਆਪਣਾ ਜਿਹੜਾ ਦਾਅ 'ਤੇ ਲਾਤਾ ਉਹਦੇ ਵਾਸਤੇ। ਕਿੰਨਿਆਂ ਲੋਕਾਂ ਦੀ ਜਾਣੀ ਕਿ ਉਹਨਾਂ ਨੇ ਵਿਰੋਧਗੀ ਚੱਲੀ, ਅੜੇ ਰਹੇ, ਫੈਡਰਲ ਗੌਰਮੈਂਟ ਬਣਾਈ, ਪ੍ਰੋਵਿੰਸ਼ੀਅਲ ਬਣਾਈ, ਖੁਦ ਨਿੱਜੀ ਵਿਰੋਧ ਚੱਲਿਆ, ਖੁਦ ਲੋਕਾਂ ਦੇ ਨਾਲ ਲੜੇ, ਪਰ ਫਿਰ ਵੀ ਐਂਡ ਦੇ ਉੱਤੇ ਜਾ ਕੇ ਉਹ ਪੁਲਿਸ ਟ੍ਰਾਂਜੀਸ਼ਨ ਲਈ ਕੰਮ ਕਰ ਗਿਆ। ਸਰੀ ਪੁਲਿਸ ਬਣਾ ਕੇ ਦਮ ਰੱਖਿਆ, ਉਹ ਕਿਸੇ ਹੋਰ ਕੋਲੋਂ ਹੋਣਾ ਨਹੀਂ ਸੀਗਾ, ਹੈ ਨਾ। ਇਸ ਤੋਂ ਇਲਾਵਾ ਨਿਊਟਨ ਦੇ ਵਿੱਚ ਰੈਕ ਸੈਂਟਰ, ਕਲੋਵੋਡੇਲ ਦੇ ਵਿੱਚ ਰੈਕ ਸੈਂਟਰ, 132 ਡਬਲ ਕਰਨ ਦੀ ਗੱਲ, 84 ਸਿੱਧੀ ਕਰਨ ਦੀ ਗੱਲ, ਕਬੱਡੀ ਗਰਾਊਂਡਾਂ ਦੀ ਗੱਲ, ਜੋ ਉਹਨਾਂ ਨੇ ਆਪਣੇ ਮੈਨੀਫੈਸਟੋ 'ਚ ਗੱਲਾਂ ਲਿਖੀਆਂ ਸੀਗੀਆਂ ਉਹ ਪੂਰੀਆਂ ਕਰਤੀਆਂ। ਉਹ ਉਹਨਾਂ ਦਾ ਪੋਜ਼ੀਟਿਵ ਪੁਆਇੰਟ ਰਹਿਣਾ ਆ। ਜਿਹੜੇ ਧੜੇ ਹੁੰਦੇ ਆ ਨਾ, ਵੱਡੇ ਲੋਕ ਜਿਹੜੇ ਸਮਝਦੇ ਆ ਵੀ ਇੱਦਾਂ ਵੀ ਮੈਂ ਬਹੁਤ ਵੱਡਾ ਬਿਲਡਰ ਆ, ਡਿਵੈਲਪਰ ਆ, ਉਹਨਾਂ ਕੋਲ ਵੋਟਾਂ ਨਹੀਂ ਹੁੰਦੀਆਂ। ਜਿਹੜਾ ਆਮ ਲੋਕ ਆ ਉਹਨਾਂ ਨੇ ਇਹ ਦੇਖਣਾ ਵੀ ਸਾਡੀ ਜ਼ਿੰਦਗੀ ਸੌਖੀ ਕਿੱਦਾਂ ਹੋਈ ਆ, ਵੀ ਜ਼ਿੰਦਗੀ ਸੌਖੀ ਹੋਈ ਆ ਸਾਡੀ, ਕਿਸੇ ਤਰੀਕੇ ਟੈਕਸ ਨਹੀਂ ਵਾਲੇ ਵਧੇ ਹੈਗੇ, ਵੀ ਜਿਹੜੇ ਵਾਅਦੇ ਕੀਤੇ ਸੀਗੇ ਪੂਰੇ ਹੋਏ ਆ, ਅਤੇ ਜਿਹੜੀਆਂ ਗੱਲਾਂ ਨਹੀਂ ਹੋਈਆਂ ਜਾਂ ਜਿਹੜੀਆਂ ਗੱਲਾਂ ਦੇ ਨੁਕਸਾਨ ਹੋਏ ਉਹ ਵੀ ਆਪਾਂ ਵੀਕਨੈਸ ਵਿੱਚ ਵੀ ਗੱਲ ਕਰਦੇ ਹਾਂ, ਉਹ ਵੀ ਹੁੰਦੀਆਂ। ਪਰ ਇਹ ਜਿਹੜੇ ਵਾਅਦੇ ਪੂਰੇ ਕਰਨੇ ਉਹਨਾਂ ਦਾ ਸਭ ਤੋਂ ਵੱਡਾ ਹੈਗਾ ਆ। ਅਤੇ ਇੱਕ ਟੈਕਸ ਵੀ ਜਿਹੜਾ ਆ ਬਾਕੀ ਕਹਿ ਲਓ ਵੀ ਹੋਰ ਮਿਊਨਿਸਪੈਲਿਟੀਜ਼ ਦੇ ਮੁਕਾਬਲੇ ਉਹ ਘੱਟ ਰਿਹਾ ਆ, ਅਤੇ ਇਸ ਕਰਕੇ ਇਹ ਸਟਰੈਂਥ ਹੈ ਉਹਨਾਂ ਦੀ। ਜਦੋਂ ਦੂਜੇ ਪਾਸੇ ਦੇਖਦੇ ਹਾਂ, ਜਿਹੜਾ ਵੀ ਇਸ ਵੇਲੇ ਉਮੀਦਵਾਰ ਗੱਲ ਕਰ ਰਿਹਾ ਉਹ ਕਹਿੰਦਾ ਵੀ ਸਿਟੀ ਦੇ ਵਿੱਚ ਬਹੁਤ ਕੁਝ ਗਲਤ ਹੋ ਰਿਹਾ, ਅਸੀਂ ਉਹਨੂੰ ਠੀਕ ਕਰਨਾ ਚਾਹੁੰਦੇ ਹਾਂ। ਇਹ ਜਿਹੜਾ ਮਤਲਬ ਇਹਦਾ ਨੁਕਸਾਨ ਡੱਗ ਮੁਕੱਲਮ ਉਹਨਾਂ ਨੂੰ ਝੱਲਣਾ ਪਊਗਾ ਵੀ ਸਿਟੀ 'ਚ ਬਹੁਤ ਕੁਝ ਗਲਤ ਹੋ ਰਿਹਾ, ਹਾਲਾਂਕਿ ਪਤਾ ਕੁਛ ਨਹੀਂ ਕਿਸੇ ਨੂੰ ਵੀ ਕੀ ਹੋ ਰਿਹਾ। ਪਤਾ ਆ ਜੀ ਲੋਕਾਂ ਨੂੰ ਵੀ ਗਲਤ ਹੋ ਰਿਹਾ ਆ, ਉਹ ਲੋਕਾਂ ਨੂੰ ਦੀਂਦਾ ਆ। ਲੋਕੀ ਬੋਲਦੇ ਨਹੀਂ ਹੈਗੇ, ਹੈ ਨਾ, ਨਾਂ ਨਹੀਂ ਲੈਂਦੇ ਹੈਗੇ, ਪਰ ਦੀਂਦਾ ਆ। ਉਹ ਲੋਕੀ ਜਦੋਂ ਮਹਿਫਲਾਂ ਵਿੱਚ ਬਹਿੰਦੇ ਆ, ਦੱਬਵੀਂ ਜ਼ੁਬਾਨ 'ਚ ਗੱਲ ਕਰਦੇ ਆ, ਉੱਥੇ ਜ਼ਿਕਰ ਕਰਦੇ ਆ ਵੀ ਆਹ ਗੱਲ ਸਹੀ ਨਹੀਂ ਹੋ ਰਹੀ। ਇੱਕ ਤਾਂ ਇਹ ਹੋਇਆ ਕਿ ਕਰੋਨਾ ਕਾਲ ਦਾ ਜਿਹੜਾ ਆ ਉਹਦੇ ਵਿੱਚ ਲੋਕਾਂ ਨੂੰ ਖੱਜਲ ਖੁਆਰੀ ਬਹੁਤ ਹੋਈ ਆ। ਸਿਟੀ ਹਾਲ ਬੰਦ ਰਿਹਾ, ਬਿਲਡਿੰਗ ਪਰਮਿਟ ਬਹੁਤ ਲੰਬੇ ਸਮੇਂ ਤੱਕ ਮਿਲੇ ਨਹੀਂ, ਸਟਾਫ ਘਰੋਂ ਕੰਮ ਕਰਦਾ ਰਿਹਾ। ਚਾਹੇ ਡੱਗ ਮੁਕੱਲਮ ਦੇ ਸਲੇਟ ਜਿੰਨੀਆਂ ਮਰਜ਼ੀ ਸਫਾਈਆਂ ਦੇਈ ਜਾਣ, ਪਰ ਉਹ ਲੋਕਾਂ ਨੂੰ ਤਾਂ ਸਫਰ ਹੋਇਆ ਆ, ਹੈ ਨਾ। ਚਾਹੇ ਜੋ ਮਰਜ਼ੀ ਕਹੀ ਜਾਣ ਵੀ ਇੱਦਾਂ ਨਹੀਂ ਸੀ, ਇੱਦਾਂ ਸੀਗੀ, ਪਰ ਲੋਕ ਇਹ ਸਮਝਦੇ ਵੀ ਕੌਂਸਲ ਨੇ ਪ੍ਰਬੰਧ ਵਧੀਆ ਨਹੀਂ ਕੀਤਾ। ਬਿਲਡਿੰਗ ਪਰਮਿਟ ਬਹੁਤ ਡਿਲੇ ਹੋਏ ਆ, ਲੋਕਾਂ ਸਿਰ ਪੇਮੈਂਟਾਂ ਬਹੁਤ ਪਈਆਂ। ਕਿੱਥੇ 2 ਮਹੀਨੇ 'ਚ ਪਰਮਿਟ ਹੋਣਾ, ਕਿਤੇ 10 ਮਹੀਨੇ ਪੇਮੈਂਟਾਂ ਦੇਈ ਜਾਂਦੇ ਆ। ਗੁਆਂਢੀ ਸ਼ਹਿਰ ਡੈਲਟਾ, ਉਹਨਾਂ ਦੇ ਵੀ ਤਾਂ ਕੋਵਿਡ ਆਇਆ ਹੀ ਸੀਗਾ, 12ਵੀਂ ਦੇ ਵਿੱਚ ਵੀ ਤਾਂ ਕੋਵਿਡ ਆਇਆ ਸੀਗਾ, ਉੱਥੇ ਪਲਾਨ ਕੱਲ੍ਹ ਮਿਲੀ ਜਾਂਦੇ ਆ। ਸੋ ਇਹ ਗੱਲਾਂ ਕਿਤੇ ਨਾ ਕਿਤੇ ਜਿਹੜੀਆਂ ਆ ਉਹ ਵੀਕਨੈਸ ਦੇ ਵਿੱਚ ਕਾਊਂਟ ਹੋਣੀਆਂ। ਮੌਜੂਦਾ ਕੌਂਸਲ ਦੀ ਡੱਗ ਮੁਕੱਲਮ ਉਹਨਾਂ ਦੀ ਉਹ ਨਾਰਾਜ਼ਗੀ ਲੋਕਾਂ ਦੀ ਝੱਲਣੀ ਪੈਣੀ ਆ। ਅਤੇ ਜਿਹੜੀ ਇੰਟਰਫੀਰੈਂਸ ਦੀ ਗੱਲ ਆ, ਲੋਕਾਂ ਨੂੰ ਇਹ ਲੱਗਦਾ ਵੀ ਜਿਹੜੀ ਟਰਾਂਸਪੇਰੈਂਸੀ ਹੋਣੀ ਚਾਹੀਦੀ ਸੀ ਕੌਂਸਲ ਦੇ ਵਿੱਚ, ਉਹ ਟਰਾਂਸਪੇਰੈਂਸੀ ਦੀ ਘਾਟ ਸੀ ਕਿਤੇ। ਚਾਹੇ ਕੋਈ ਵੀ ਮਸਲਾ ਸੀਗਾ ਉਹ ਧੱਕੇ ਦੇ ਨਾਲ ਜਿੱਦਾਂ ਪਾਸ ਕਰਾ ਲਿਆ, ਚਲੇ ਵਧੀਆ ਸੀ ਲੋਕਾਂ ਵਾਸਤੇ, ਇਸ ਗੱਲ ਦੀ ਲੋਕ ਇਹ ਵੀ ਕਹਿੰਦੇ ਵੀ ਹੈ ਵਧੀਆ ਹੀ। ਪਰ ਜਿਹੜੇ ਲੋਕ ਚਾਹੇ ਕੁਛ ਪਰਸੈਂਟੇਜ ਸੀਗੇ ਵੀ ਜਿਹੜੇ ਕਹਿੰਦੇ ਸੀ ਵੀ ਟਰਾਂਸਪੇਰੈਂਸੀ ਹੋਣੀ ਚਾਹੀਦੀ ਆ, ਪਾਰਦਰਸ਼ਤਾ ਹੋਣੀ ਚਾਹੀਦੀ ਆ, ਉਹਨਾਂ ਨੂੰ ਵੀ ਖੁਸ਼ ਕਰ ਲਿਆ ਜਾਂਦਾ ਤਾਂ ਚੰਗੀ ਗੱਲ ਸੀਗੀ। ਸੋ ਉਹ ਲੋਕ ਜਿਹੜੇ ਕਿਤੇ ਨਾ ਕਿਤੇ ਨਾਰਾਜ਼ ਆ। ਬਾਕੀ ਇੱਕ ਗੱਲ ਇਹ ਵੀ ਦੇਖਣ ਵਾਲੀ ਹੁੰਦੀ ਆ ਵੀ ਜਿਹੜੇ ਲੋਕਾਂ ਨੇ ਪਹਿਲਾਂ ਡੱਗ ਮੁਕੱਲਮ ਦੇ ਉਲਟ ਵੋਟਾਂ ਪਾਈਆਂ ਸੀਗੀਆਂ ਪਿਛਲੀ ਵਾਰੀ, ਉਹ ਲੋਕ ਜ਼ਿਆਦਾ ਵਿਰੋਧ ਵੀ ਕਰ ਰਹੇ ਆ, ਉਹਨਾਂ ਨੇ ਹੁਣ ਵੀ ਨਹੀਂ ਪਾਉਣੀਆਂ। ਸੋ ਇਸ ਕਰਕੇ ਇਹ ਸਟਰੈਂਥ ਐਂਡ ਵੀਕਨੈਸਿਸ ਜਿਹੜੀਆਂ ਆ ਹੈਗੀਆਂ ਜੀ ਡੱਗ ਮੁਕੱਲਮ ਦੀਆਂ। ਡੱਗ ਮੁਕੱਲਮ ਹੁਣੀ ਤੁਸੀਂ ਜਿਹਦਾ ਜ਼ਿਕਰ ਕੀਤਾ ਵੀ ਆਪਣਾ ਪੂਰਾ ਪੋਲੀਟੀਕਲ ਕੈਰੀਅਰ ਦਾਅ 'ਤੇ ਲਾ ਦਿੱਤਾ, ਸਰੀ ਪੁਲਿਸ ਬਦਲੇ ਔਰ ਉਹ ਲੈ ਕੇ ਆਏ। ਬ੍ਰੈਂਡਾ ਲੌਕ ਜਿਹੜੇ ਕਿ ਅਗਲੇ ਅਸੀਂ ਜ਼ਿਕਰ ਕਰਨਾ ਜਿਹੜੇ ਮੇਅਰ ਦੇ ਉਮੀਦਵਾਰ ਨੇ, ਉਹ ਕਹਿੰਦੇ ਵੀ ਜੇ ਅਸੀਂ ਆ ਗਏ ਤਾਂ ਅਸੀਂ ਇਹਦੇ ਬਾਰੇ ਸੋਚਾਂਗੇ, ਇਹਦਾ ਕੁਝ ਵੀ ਕਰ ਸਕਦੇ ਹਾਂ। ਅਤੇ ਤੁਹਾਨੂੰ ਯਾਦ ਹੋਊਗਾ ਕੀਪ ਦਾ RCMP ਇਨ ਸਰੀ, ਉਹਦੇ 40,000 ਦੇ ਕਰੀਬ ਉਹਨਾਂ ਨੇ ਸਿਗਨੇਚਰ ਵੀ ਕਰਾਏ ਸੀ। ਉਹ ਵੋਟ ਸਾਰੀ ਦੀ ਸਾਰੀ ਉੱਧਰ ਪੈ ਕੇ ਕੁਛ ਲੋਕ ਕਹਿੰਦੇ ਵੀ ਉਹ ਬਹੁਤ ਸਟਰੋਂਗ ਉਮੀਦਵਾਰ ਆ। ਇਹ ਕੀ ਸਟਰੈਂਥ ਹੈਗੀ ਉਹਨਾਂ ਦੀ? ਮੈਂ ਨਹੀਂ ਜੀ ਮੰਨਦਾ ਇਸ ਗੱਲ ਨੂੰ, ਕਿਉਂਕਿ ਬ੍ਰੈਂਡਾ ਲੌਕ ਜਿਹੜੀ ਆ ਡੱਗ ਮੁਕੱਲਮ ਦੇ ਪਰਾਂ ਦੇ ਉੱਤੇ ਉੱਡ ਕੇ ਕੌਂਸਲ ਵਿੱਚ ਆਈ ਸੀ, ਉਹਦਾ ਆਪਣਾ ਆਧਾਰ ਕੋਈ ਨਹੀਂ ਸੀਗਾ। ਸੇਮ ਗੱਲ ਜੈਕ ਹੁੰਦਲ ਹੋਣਾ ਦੀ ਸੀਗੀ। ਉਹ ਗੱਲ ਡਿਫਰੈਂਟ ਹੈ ਕਿ ਬਾਅਦ ਦੇ ਵਿੱਚ ਉਹਨਾਂ ਦੇ ਮਤਭੇਦ ਹੋ ਗਏ, ਉਹ ਅੱਡ ਹੋ ਗਏ। ਕੀਪ RCMP ਗਰੁੱਪ ਆਪਣੇ ਆਪ ਨੂੰ ਜਿੱਡਾ ਵੱਡਾ ਮਰਜ਼ੀ ਦੱਸੀ ਜਾਵੇ, ਐਡਾ ਹੈ ਨਹੀਂ ਗਾ। ਸਾਈਨ ਕਰਾਉਣੇ ਗੁਰਦੁਆਰਿਆਂ ਮੂਹਰੇ ਖੜ੍ਹ ਕੇ, ਚਰਚਾਂ ਮੂਹਰੇ, ਮੌਲਾਂ ਵਾਲੇ ਖੜ੍ਹ ਕੇ, ਲੋਕ ਬਿਨਾਂ ਪੜ੍ਹੇ ਕਰ ਜਾਂਦੇ ਆ ਦੇਖ ਕੇ ਵੀ ਕੀ ਗੱਲ ਹੈਗੀ ਹੈ ਇਹਦੀ।
ਕੋਈ ਸਪੋਰਟ ਕਰਦਾ ਹੋਵੇ ਚਾਹੇ ਨਹੀਂ, ਘਰ ਆਏ ਨੂੰ ਕੋਈ ਮੋੜਦਾ ਨਹੀਂ, ਪਤਾ ਆ ਵੀ ਇਹਦੇ ਨਾਲ ਕੋਈ ਫਰਕ ਤਾਂ ਕੋਈ ਪੈਣਾ ਨਹੀਂ। ਹੁਣ ਇਹ ਜਿਹੜੀ ਪੁਲਿਸ ਟ੍ਰਾਂਜੀਸ਼ਨ ਹੈ ਇਹ ਐਵੇਂ ਹੀ ਨਹੀਂ ਹੋ ਗਈ, ਇਹ 'ਚ ਫੈਡਰਲ ਗੌਰਮੈਂਟ ਵੀ ਇਨਵੋਲਵ ਆ, ਪ੍ਰੋਵਿੰਸ਼ੀਅਲ ਵੀ ਇਨਵੋਲਵ ਆ, ਇੰਨੇ ਬੰਦੇ ਯੂਨੀਅਨ ਬਣ ਚੁੱਕੀ, ਹਾਇਰ ਹੋ ਚੁੱਕੇ ਆ, ਇਹ ਕਦੀ ਵਾਪਸ ਹੋ ਨਹੀਂ ਸਕਦੀ, ਚਾਹੇ ਬਰਿੰਡਾ ਲੋਕ ਨੇ ਜੋ ਮਰਜ਼ੀ ਕਹੀ ਜਾਣ, ਉਹਨਾਂ ਦੀ ਮਜਬੂਰੀ ਬਣ ਗਈ ਆ ਇਹ ਹੁਣ। ਇਹ ਉਹ ਇਹਨੂੰ ਨਾ ਨਹੀਂ ਕਹਿ ਸਕਦੇ, ਉਹ ਇਹ ਤੋਂ ਮੁੜ ਨਹੀਂ ਸਕਦੇ ਆਪਣੇ ਸਟੈਂਡ ਤੋਂ ਪਿੱਛੋਂ, ਪਤਾ ਉਹਨਾਂ ਨੂੰ ਵੀ ਆ ਵੀ ਜਿਹੜੀ ਟ੍ਰਾਂਜੀਸ਼ਨ ਹੋ ਰਹੀ ਆ ਇਹ ਮੁੜਨੀ ਨਹੀਂ ਹੈਗੀ। ਸੋ ਉਹ ਕਹੀ ਜੋ ਮਰਜ਼ੀ ਜਾਣ, ਪਰ ਉਹ ਪਤਾ ਆ ਵੀ ਉਹ ਉਨੀ ਹੈ ਨਹੀਂ ਸਟਰੈਂਥ। ਜਿਵੇਂ ਮੈਂ ਪਹਿਲਾਂ ਕਿਹਾ ਵੀ ਸਾਰੀ ਜਿਹੜੀ ਆ ਉਹ ਇੱਦਾਂ ਨਹੀਂ ਸੋਚਦੀ ਜਿਵੇਂ ਬਰਿੰਡਾ ਲੋਕ ਸੋਚਦੇ ਆ, ਇੱਦਾਂ ਵੀ ਲੋਕੀ ਬਹੁਤ ਸੋਚਦੇ ਆ ਜਿਹੜੇ ਕਿ ਚਾਹੁੰਦੇ ਸੀ ਕਿ ਲੋਕਲ ਪੁਲਿਸ ਆਵੇ। ਸੋ ਉਹ ਜਿਹੜੇ ਬਹੁਤ ਉਹਨਾਂ ਦੀ ਗਿਣਤੀ ਵੱਡੀ ਹੈ। ਜੇ ਹੁਣ ਤੁਸੀਂ 40,000 ਦੀ ਉਹ ਗੱਲ ਕਰ ਲਓ ਤਾਂ ਸਰੀ ਦੀ ਆਬਾਦੀ ਤਾਂ 5.5 ਦੇ ਲਾਗੇ ਹੋ ਗਈ, 5.5 ਲੱਖ ਦੇ, ਅਤੇ 40,000 ਕਿੰਨੇ % ਬਣਿਆ? 10% ਵੀ ਨਹੀਂ ਬਣਿਆ। ਫਿਰ 10% ਸਟਰੈਂਥ ਦੇ ਨਾਲ ਕਿੰਨੀਆਂ ਕੁ ਜੇ ਸਾਈਨ ਕਰਾਏ, ਉਹਨਾਂ 'ਚੋਂ ਸਾਈਨ ਜਿਹੜੇ 40,000 ਕਰਾਏ ਉਹ ਸਾਰੇ ਸਿਟੀਜ਼ਨ ਦੇ ਕਰਾਏ ਆ, ਠੀਕ ਹੈ, ਉਹਦੇ ਵਿੱਚੋਂ ਅੱਧੇ ਦੀਆਂ ਵੋਟਾਂ ਵੀ ਨਹੀਂ ਹੋਣੀਆਂ। ਸੋ ਇਹ ਮੈਨੂੰ ਉਹਨਾਂ ਦੀ ਲੱਗਦਾ ਨਹੀਂ ਵੀ ਇਹ ਗੱਲ ਸਿਰੇ ਚੜ੍ਹਨੀ, ਪਰ ਉਹਦੀ ਸਟਰੈਂਥ ਇੰਨੀ ਕੁ ਜ਼ਰੂਰ ਹੈਗੀ ਆ ਵੀ ਉਹ ਆਪਣੇ ਸਟੈਂਡ 'ਤੇ ਉਹ ਵੀ ਅੜੇ ਰਹੇ। ਜਿੰਨੇ ਬੰਦੇ ਉਹਨਾਂ ਦੇ ਨਾਲ ਕੀ ਪਤਾ RCMP ਗਰੁੱਪ ਵਾਲੇ ਜਾਂ ਉਹ ਬੰਦੇ ਜਿਹੜੇ ਡੱਗ ਮੁਕੱਲਮ ਨੂੰ ਇਸ ਕਰਕੇ ਨਫ਼ਰਤ ਕਰਦੇ ਆ ਵੀ ਇਹ ਸੁਣੀ ਨਹੀਂ ਇਹਨੇ ਕਿਸੇ ਦੀ, ਟਰਾਂਸਪੇਰੈਂਸੀ ਨਹੀਂ ਰੱਖੀ, ਜਾਂ ਧੱਕੇ ਨਾਲ ਪੁਲਿਸ ਜਿਹੜੀ ਆ ਜਿਵੇਂ ਉਹ ਕਹਿੰਦੇ ਆ ਵੀ ਲੈ ਕੇ ਆਉਂਦੀ ਆ, ਉਸ ਸੋਚ ਵਾਲੇ ਲੋਕ ਜਿਹੜੇ ਆ ਬਰਿੰਡਾ ਨੂੰ ਵੋਟ ਪਾਉਣਗੇ। ਪਰ ਪ੍ਰੋਬਲਮ ਕੀ ਆ ਗਈ ਕਿ ਕੱਲ੍ਹ ਨੂੰ ਗੋਲਡੀ ਹੌਗ ਜਿਹੜੇ ਆ ਸਾਬਕਾ ਵਿਧਾਇਕ, ਸਾਬਕਾ MP, ਉਹ ਆਪਣੀ ਅਨਾਊਂਸਮੈਂਟ ਕਰਨ ਜਾ ਰਹੇ ਆ। ਪੁਸ਼ਟੀ ਆਲਮੋਸਟ ਡਨ ਆ, ਪਰ ਉਹ ਕੱਲ੍ਹ ਨੂੰ ਜਿਹੜਾ ਲੱਗਦਾ ਵੀ ਕਰ ਦੇਣਗੇ ਅਨਾਊਂਸਮੈਂਟ। ਹੁਣ ਉਹ ਵੀ ਉਹੀ ਲੋਕ ਨੇ ਜਿਹੜੇ ਹਾਲਾਂਕਿ ਉਹਨਾਂ ਦੀ ਅਨਾਊਂਸਮੈਂਟ ਨਹੀਂ ਹੋਈ, ਜੇ ਉਹ ਨਹੀਂ ਆਉਂਦੇ ਤਾਂ ਜਿਹੜੇ ਲੋਕ ਜਿਹੜੇ ਵਾਈਟ ਕਮਿਊਨਿਟੀ ਦੇ ਲੋਕ ਨੇ ਉਹ ਵੀ ਡੱਗ ਮੁਕੱਲਮ ਦੇ ਇੰਨਾ ਹੱਕ 'ਚ ਨਹੀਂ, ਉਹਨੂੰ ਵੀ ਉਹ ਪੰਜਾਬੀ ਹੀ ਗਿਣਦੇ ਆ, ਅਤੇ ਉਹ ਸਾਰੀ ਵੋਟ ਕਹਿੰਦੇ ਜੇ ਜਿਹੜੀ ਆ ਉਹ ਬਰਿੰਡਾ ਲੋਕ ਦੀ ਆ, ਬਰਿੰਡਾ ਲੋਕ ਦੀ। ਪਰ ਗੋਲਡੀ ਅਗਲੀ ਜੇਲ੍ਹ ਵਾਲੀ ਗੱਲ ਰਹੀ ਨਹੀਂ ਹੈ ਨਾ, ਆਉਣਾ ਉਹਨਾਂ ਨੇ, ਤਿਆਰੀ ਹੋ ਚੁੱਕੀ ਆ, ਉਹਨਾਂ ਦੇ ਕੈਂਡੀਡੇਟ ਚੁਣੇ ਜਾ ਚੁੱਕੇ ਆ। ਤੁਸੀਂ ਇਹ ਦੇਖੋ ਨਾ ਵੀ ਜਿਹੜਾ ਸਰੀ ਫਸਟ ਗਰੁੱਪ ਆ ਉਹਨੇ ਹਜੇ ਕੁਛ ਵੀ ਨਹੀਂ ਕੀਤਾ, ਜਿਹੜਾ ਕਿ ਪਹਿਲਾਂ ਸੱਤਾ ਸਾਂਭਦਾ ਰਿਹਾ, ਲਿੰਡਾ ਐਨਸ ਮੁੱਖ ਕੌਂਸਲਰ ਜਿਹੜੀ, ਉਹਨਾਂ ਨੇ ਕੁਝ ਅਨਾਉਂਸ ਨਹੀਂ ਕੀਤਾ। ਉਹ ਹੋਣਾ ਆ, ਉਹਨਾਂ ਨੇ ਆਉਣਾ ਆ। ਸੋ ਕੱਲ੍ਹ ਨੂੰ ਲੱਗਦਾ ਵੀ ਉਹਨੇ ਆ ਜਾਣਾ ਆ, ਕੱਲ੍ਹ ਨੂੰ ਨਾ ਆਉਣਗੇ, ਅਗਲੇ ਹਫ਼ਤੇ ਆ ਜਾਣਗੇ, ਅਗਲੇ ਹਫ਼ਤੇ ਆਉਣਗੇ, ਅਗਲੇ ਮਹੀਨੇ ਆ ਜਾਣਗੇ, ਪਰ ਆਉਣਾ ਆ। ਸੋ ਉਹਨਾਂ ਨੂੰ ਪਤਾ ਆ ਵੀ ਉਹਨਾਂ ਨੇ ਆਉਣਾ ਆ। ਸੋ ਉਹ ਜਿਹੜੀ ਵੋਟ ਉਹ ਹੈਗੀ ਆ ਸੋਚ ਵਾਲੀ, ਸਾਊਥ ਸਰੀ ਵਾਲੀ, ਕਲੋਵਰਡੇਲ ਵਾਲੀ, ਕੀ ਪਤਾ RCMP ਵਾਲੀ, ਬਰਿੰਡਾ ਲੋਕ ਵਾਲੀ, ਉਹ ਡਿਵਾਈਡ ਹੋ ਜਾਣੀ ਆ। ਅਤੇ ਜਿਹੜੀ ਪੰਜਾਬੀ ਵੋਟ ਆ ਉਹ ਵੀ 3 ਹਿੱਸਿਆਂ 'ਚ ਡਿਵਾਈਡ ਹੋ ਜਾਣੀ ਆ। ਡੱਗ ਮੁਕੱਲਮ ਨੂੰ ਪੰਜਾਬੀ ਹੀ ਸਮਝਦੇ ਸਾਰੇ, ਪੰਜਾਬੀ ਵੋਟ ਲੱਗਦਾ ਵੀ ਉਹਨੂੰ ਜ਼ਿਆਦਾ ਪੈਂਦੀ ਆ, ਅਤੇ ਸੁੱਖ ਧਾਲੀਵਾਲ ਨੇ ਕੁਛ ਲੈ ਜਾਣੀ ਆ, ਕੋਈ ਜਿੰਨੀ ਸਿਮਜ ਨੇ ਲੈ ਜਾਣੀ, ਉੱਧਰੋਂ ਮੇਨ ਸਟ੍ਰੀਮ ਦੀਆਂ ਵੋਟਾਂ ਡਿਵਾਈਡ ਹੋ ਜਾਣੀਆਂ। ਸੋ ਬਹੁਤ ਡਿਫਰੈਂਟ ਤਰ੍ਹਾਂ ਦਾ ਐਤਕੀ ਮਾਹੌਲ ਜਿਹੜਾ ਜੀ ਹੁਣ। ਜਿਨੀ ਸਿਮਸ ਹੁਣੀ ਆ ਗਏ ਮੈਦਾਨ ਦੇ ਵਿੱਚ, ਸੁੱਖ ਧਾਲੀਵਾਲ ਉਹਨਾਂ ਦੇ ਪੁਰਾਣੇ ਵਿਰੋਧੀ ਹੈ, ਇਹਨਾਂ ਦੇ ਕਈ ਥਾਵਾਂ ਦੇ ਉੱਤੇ ਆਪਸ ਦੇ ਵਿੱਚ ਹੁੰਦਾ ਆ। NDP ਦੀ ਇੱਕ ਪੱਕੀ ਵੋਟ, ਸੁੱਖ ਧਾਲੀਵਾਲ ਉਹਨਾਂ ਦੇ ਉਲਟ ਵੋਟ, ਯੂਨੀਅਨ ਦੀ ਇੱਕ ਪੱਕੀ ਵੋਟ, ਉਹ ਕਹਿੰਦੇ ਬਹੁਤ ਵੱਡੀ ਇੱਕ ਸਟਰੈਂਥ ਆ ਉਹਨਾਂ ਦੀ, ਅਤੇ ਉਹ ਬਹੁਤ ਵੱਡੇ ਦਾਅਵੇਦਾਰ ਨੇ। ਕੀ ਲੱਗਦਾ ਇਹ ਸਟਰੈਂਥ ਹੈਗੀ ਹੈ? ਜਿਹੜੀ ਤੁਸੀਂ ਗੱਲ ਕੀਤੀ ਆ, ਜੇ ਇੱਦਾਂ ਹੈਗੀ ਆ ਫਿਰ ਸਟਰੈਂਥ ਹੈਗੀ ਆ। ਜੇ NDP ਉਹਨਾਂ ਦੇ ਮਗਰ ਖੜੀ ਆ, ਜੇ ਟੀਚਰ ਫੈਡਰੇਸ਼ਨ ਉਹਨਾਂ ਦੇ ਮਗਰ ਖੜੀ ਆ, ਜੇ ਉਹਨਾਂ ਦੇ ਸਾਥੀ ਸਾਰੇ ਜਿਹੜੇ ਉਹਨਾਂ ਦੇ ਨਾਲ ਖੜੇ ਆ, ਜਿਹੜੇ ਕਿ ਸੁੱਖ ਧਾਲੀਵਾਲ ਨਾਲ ਵੀ ਖੜਦੇ ਆ, ਜਿਹੜੇ ਕਿ ਡੱਗ ਮੁਕੱਲਮ ਨਾਲ ਵੀ ਖੜਦੇ ਆ, ਹੈ ਨਾ, ਜਿਹੜੇ ਕਿ ਗੋਲਡੀ ਹੌਗ ਨਾਲ ਵੀ ਖੜਨਾ ਚਾਹੁਣਗੇ, ਜੇ ਉਹ ਨਹੀਂ ਖੜਦੇ ਤਾਂ ਜੇ ਫਿਰ ਉਹਦੀ ਸਟਰੈਂਥ ਬਹੁਤ ਆ। ਪਰ ਰਿਐਲਿਟੀ ਕੀ ਆ ਕਿ ਜਿਨੀ ਸਿਮਸ ਦੇ ਨਾਲ ਲੋਕਲ MLA ਜਿਹੜੇ ਪੰਜਾਬੀ ਵੀ ਆ ਈਵਨ, ਉਹ ਵੀ ਸਾਰੇ ਤੁਰ ਕੇ ਰਾਜੀ ਨਹੀਂ ਹੈਗੇ। ਸੋ ਪਾਰਟੀ ਦੀ NDP ਸਪੋਰਟ ਤਾਂ ਗੱਲ ਅੱਡ ਹੈਗੀ ਆ। ਆਪਣੇ ਤੌਰ 'ਤੇ ਜਿਹੜਾ ਉਹਨਾਂ ਦਾ ਨਿੱਜੀ ਜੀਵਨ ਆ, ਉਹ ਕਹਿ ਲਓ ਵੀ ਲੋਕਾਂ ਦੀ ਆਵਾਜ਼ ਚੱਕਣ ਵਾਲਾ ਆ, ਯੂਨੀਅਨ 'ਚ ਕੰਮ ਕੀਤਾ ਆ, ਉਹਦੇ ਕਰਕੇ NDP ਵੋਟ ਜਿਹੜੀ ਕੁਛ ਹੱਦ ਤੱਕ ਜ਼ਰੂਰ ਉਹਨਾਂ ਨੂੰ ਪੈ ਜਾਣੀ ਆ, ਉਹ ਉਹਨਾਂ ਦੀ ਸਟਰੈਂਥ ਹੈਗੀ। ਪਰ ਇਹ ਵੱਖਰੇ ਵੱਖਰੇ ਲੈਵਲ 'ਤੇ ਦੇਖੋ ਵੀ ਫੈਡਰਲ ਲੈਵਲ ਦੇ ਉੱਤੇ ਇੱਥੇ ਲਿਬਰਲ ਜਿੱਤਦੀ, ਸੁੱਖ ਧਾਲੀਵਾਲ ਜਿੱਤ ਜਾਂਦੀ, ਇੱਧਰੋਂ ਸਰਾਏ ਸਾਹਿਬ ਜਿੱਤ ਜਾਂਦੇ ਆ। ਜਦੋਂ ਪ੍ਰੋਵਿੰਸ਼ੀਅਲ ਆਉਂਦਾ ਆ ਤਾਂ NDP ਹੁੰਝਾ ਫੇਰ ਜਾਂਦੀ ਆ, ਅਤੇ ਉਹ NDP ਦੀ ਸਟਰੈਂਥ ਉਹਨਾਂ ਦੀ ਸਟਰੈਂਥ ਨਹੀਂ ਹੈ। ਜੇ ਉਹੀ ਗੱਲ ਆ ਵੀ ਜੇ NDP ਦੇ MLA ਨਾਲ ਖੜਨਗੇ, ਜ਼ਰੂਰ ਬਰਾੜ, ਹੈਰੀ ਬੈਂਸ, ਰਚਨਾ ਸਿੰਘ, ਗੈਰੀ ਬੈਗ ਜਿਹੜੇ ਆ ਉਹ ਸਪੋਰਟ ਕਰਨਗੇ ਖੁੱਲ੍ਹ ਕੇ ਤਾਂ ਹੀ ਆ। ਅਤੇ ਉਹ ਸੁੱਖ ਧਾਲੀਵਾਲ ਦੀ ਵੀ ਸਪੋਰਟ ਕਰਦੇ ਹੋ ਸਕਦੇ। ਤੁਸੀਂ ਆਪਣੇ ਆਪ ਕਿਹਾ ਵੀ NDP ਜਿਹੜੀ ਜਿੱਤਦੀ ਹੈ ਇੱਥੇ ਪ੍ਰੋਵਿੰਸ਼ਲੀ, ਫੈਡਰਲੀ ਸੁੱਖ ਧਾਲੀਵਾਲ ਹੁਣੀ ਜਿੱਤ ਜਾਂਦੇ ਆ। ਕਿਉਂ ਜਿੱਤ ਜਾਂਦੇ ਆ? ਸੋ ਇਹਦਾ ਮਤਲਬ ਆ ਵੀ ਕਿਤੇ ਨਾ ਕਿਤੇ ਕੋਈ ਹੈਗੀ ਆ ਘੁੰਡੀ। ਸੋ ਫਿਰ ਕਿਉਂ ਉਹ ਜਿਨੀ ਸਿਮਸ ਦੀ ਸਪੋਰਟ ਕਰਨਗੇ? ਕੀ ਪਤਾ ਉਹ ਸੁੱਖ ਧਾਲੀਵਾਲ ਦੀ ਕਰ ਦੇਣ। ਜਿਹੜੀ ਯੂਨੀਅਨ ਇੱਕ ਵੱਡੀ ਆ, ਜਿਹੜੀ ਕਿ ਕਮਿਟਡ ਵੋਟ ਹੁੰਦੀ, ਉਹ ਇੱਧਰ ਉੱਧਰ ਨਹੀਂ ਜਾਂਦੀ। ਉਹ ਜੇ ਮਤਲਬ 30,000 ਨਾਲ ਇੱਥੇ ਮੇਅਰ ਬਣ ਜਾਂਦਾ ਅਤੇ ਉਹ ਵੀ ਉੱਧਰਲੇ ਪਾਸੇ ਚਲੀ ਜਾਂਦੀ, ਅਤੇ ਵੱਡੀ ਸਟਰੈਂਥ ਆ ਉਹਨਾਂ ਦੀ। ਸਾਰੀ ਯੂਨੀਅਨ ਦੇ ਬੰਦੇ ਸਰੀ 'ਚ ਨਹੀਂ ਨਾ ਰਹਿੰਦੇ ਜੀ, ਬੰਦੇ ਬਾਹਰ ਵੀ ਰਹਿੰਦੇ ਆ। ਉਹ ਇੰਨੀ ਉਹ ਕਾਊਂਟ ਨਹੀਂ ਹੁੰਦੀ। ਜਿਹੜੇ ਕੌਂਸਲ ਦੇ ਮਸਲੇ ਆ ਉਹ ਹੋਰ ਹੁੰਦੇ ਆ, ਪ੍ਰੋਵਿੰਸ਼ੀਅਲ ਲੈਵਲ ਦੇ ਮਸਲੇ ਹੋਰ ਹੁੰਦੇ ਆ, ਫੈਡਰਲ ਲੈਵਲ ਦੇ ਮਸਲੇ ਹੋਰ ਹੁੰਦੇ ਆ। ਜਿਹੜੀ ਰਾਈਟ ਨਾਓ ਸਥਿਤੀ ਆ, ਰਾਈਟ ਨਾਓ ਜਿਹੜੇ ਹਾਲਾਤ ਬਣ ਰਹੇ ਆ, ਜੇ ਆਪਾਂ ਮੰਨ ਲਈਏ ਵੀ 5 ਧਿਰਾਂ ਆ, ਤਾਂ 5 ਧਿਰਾਂ ਦੇ ਵਿੱਚੋਂ ਪਹਿਲੀਆਂ 3 ਧਿਰਾਂ ਜਿਹੜੀਆਂ ਆ ਉਹ ਡੱਗ ਮੁਕੱਲਮ, ਸੁੱਖ ਧਾਲੀਵਾਲ ਅਤੇ ਗੋਲਡੀ ਹੋ ਗਿਆ। ਬਰਿੰਡਾ ਅਤੇ
ਜਿੰਨੀ ਸਹਿਮਤੀ ਚੌਥੇ ਪੰਜਵੇਂ ਨੰਬਰ ਦੇ ਉੱਤੇ ਆ। ਇਹ ਮੇਰਾ ਹੀ ਅਸੈਸਮੈਂਟ ਹੈ, ਮੈਂ ਗਲਤ ਵੀ ਹੋ ਸਕਦਾ। ਜੀ ਬਹੁਤ ਬਹੁਤ ਸ਼ੁਕਰੀਆ ਹੋਤਾ ਸਾਹਿਬ, ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ। ਸੋ ਦੋਸਤੋ, ਇਸ ਵੇਲੇ 4 ਅਨਾਊਂਸਮੈਂਟ ਹੋ ਚੁੱਕੀਆਂ, 5ਵੀਂ ਜਿਹੜੀ ਅੰਦਾਜ਼ੇ ਲਾਏ ਜਾ ਰਹੇ ਜਾਂ ਕਿਹਾ ਜਾ ਰਿਹਾ ਕਿ ਕੱਲ੍ਹ ਨੂੰ ਹੋ ਜਾਣੀ ਆ। ਸੋ ਅਲੱਗ-ਅਲੱਗ ਇਹਦੇ ਬਾਰੇ ਪੈਰਾਮੀਟਰ ਨੇ। ਕੁਝ ਲੋਕ ਇਹ ਕਹਿੰਦੇ ਆ ਕਿ ਬਰੈਂਡਾ ਲੌਕ ਜਿਹੜੀ ਉਹਨਾਂ ਦੀ ਵੈਬਸਾਈਟ 'ਤੇ ਤੁਸੀਂ ਪੋਲ ਦੇਖ ਲਓ, ਕਹਿੰਦੇ ਬਾਕੀ ਸਾਰੇ ਹੀ ਪਿੱਛੇ ਆ, ਸਭ ਤੋਂ ਵੱਧ ਵੋਟਾਂ ਮੈਨੂੰ ਪੈਣੀਆਂ। ਡੱਗ ਮੁਕੱਲਮ ਹੁਣੀ ਕਹਿ ਰਹੇ ਆ ਕਿ ਉਹਨਾਂ ਦੇ ਪੱਖ 'ਚ ਕਹਿ ਰਹੇ ਕਿ ਇਹਨਾਂ ਨੂੰ ਦੂਜੀਆਂ ਵੋਟਾਂ ਵੀ ਪੈ ਜਾਣੀਆਂ, ਪੰਜਾਬੀਆਂ ਦੀ ਵੀ ਪੈ ਜਾਣੀਆਂ। ਸੁੱਖ ਧਾਲੀਵਾਲ ਦਾ ਜਿਹੜਾ ਕੱਲ੍ਹ ਇਕੱਠ ਹੋਇਆ, ਉਹਨੂੰ ਦੇਖ ਕੇ ਤੁਸੀਂ ਸੋਚ ਹੀ ਨਹੀਂ ਸਕਦੇ ਵੀ ਹੋਰ ਕੋਈ ਇੱਥੇ ਆ ਸਕਦਾ, ਜਿੱਡਾ ਵੱਡਾ ਉਹ ਇਕੱਠ ਸੀਗਾ ਜਾਂ ਜਿੰਨੇ ਉਤਸ਼ਾਹ ਦੇ ਨਾਲ ਲੋਕ ਆਏ ਆ। ਜਿੰਨੀ ਸਿਮਸ ਹੁਣੀ ਇੱਥੋਂ ਲਗਾਤਾਰ ਐਨਡੀਪੀ ਜਿੱਤਦੀ ਆ, ਉਹਨਾਂ ਦਾ ਪੁਰਾਣਾ ਆਧਾਰ ਆ, ਉਹਨਾਂ ਕੋਲ ਯੂਨੀਅਨ ਦੀ ਸਟਰੈਂਥ ਆ, ਉਹ ਵੀ ਜਿਹੜੇ ਇਸ ਦੌੜ ਦੇ ਵਿੱਚ ਐਸੇ ਤਰ੍ਹਾਂ ਨੇ। ਸੋ ਅਜੇ ਤੱਕ ਕੁਛ ਵੀ ਸਪਸ਼ਟ ਨਹੀਂ ਆ, ਸਾਰਿਆਂ ਦੇ ਆਪਣੇ ਆਪਣੇ ਅੰਦਾਜ਼ੇ ਨੇ। ਤੁਹਾਡਾ ਆਪਣਾ ਅੰਦਾਜ਼ਾ ਹੋ ਸਕਦਾ ਲੋਕ ਕਿਹੜੇ ਪਾਸੇ ਜਾਂਦੇ ਆ ਜਦੋਂ ਸਾਰੀ ਅਨਾਊਂਸਮੈਂਟ ਹੋ ਜਾਂਦੀ ਆ। ਜੇ ਬੜਾ ਲੰਬਾ ਸਮਾਂ ਆ, ਕਈ ਸਾਰੀਆਂ ਇਹਦੇ ਵਿੱਚ ਤਬਦੀਲੀਆਂ ਹੋਣੀਆਂ ਆ, ਵੱਖ-ਵੱਖ ਸਲੇਟਾਂ ਦੇ ਵਿੱਚ ਵੱਖਰੇ ਜਿਹੜੇ ਕੌਂਸਲ ਦੇ ਬਾਕੀ ਮੈਂਬਰ ਰਹਿੰਦੇ ਆ ਉਹ ਵੀ ਅਜੇ ਸ਼ਾਮਲ ਹੋਣੇ ਆ। ਉਹਦੇ ਤੋਂ ਬਾਅਦ ਸਥਿਤੀ ਜਿਹੜੀ ਸਪਸ਼ਟ ਹੋਊਗੀ। ਪਰ ਇਸ ਵੇਲੇ ਸਰੀ ਦੀ ਇਲੈਕਸ਼ਨ ਪੂਰੀ ਚਰਚਾ ਦੇ ਵਿੱਚ ਆ। ਕੈਮਰਾਮੈਨ ਅਮਿਤ ਪ੍ਰੇਸਰ ਨਾਲ, ਜਿਸ ਕਾਰਨ ਚੈਨਲ ਪੰਜਾਬੀ ਸਰੀ। ਦੋਸਤੋ, ਬਹੁਤ ਹੀ ਮਹੱਤਵਪੂਰਨ ਮੁੱਦੇ ਦੇ ਉੱਤੇ ਅੱਜ ਅਸੀਂ ਗੱਲਬਾਤ ਕਰਨ ਦੇ ਲਈ ਪਹੁੰਚੇ ਹਾਂ ਪ੍ਰਾਈਮਸ ਲਾ ਕਾਰਪੋਰੇਸ਼ਨ ਲਿਟਲ ਇੰਡੀਆ ਪਲਾਜ਼ਾ ਦੇ ਵਿੱਚ ਸਰਦਾਰ ਜਗਮੋਹਨ ਸਿੰਘ ਹੋਣਾ ਕੋਲ, ਜਿਹੜੇ ਬੈਰਿਸਟਰ ਤੇ ਸੋਲਿਸਿਟਰ ਨੇ। ਮਾਮਲਾ ਪ੍ਰਾਪਰਟੀ ਦੇ ਨਾਲ ਸੰਬੰਧਿਤ ਆ। ਪਿਛਲੇ ਦਿਨਾਂ ਦੇ ਵਿੱਚ ਜਦੋਂ ਇੰਟਰਸਟ ਰੇਟ ਵਧੇ ਆ, ਮਾਰਕੀਟ ਬਿਲਕੁਲ ਹਿੱਲ ਗਈ ਆ, ਕੀਮਤਾਂ ਥੱਲੇ ਆਈਆਂ। ਇਹ ਸਾਰੇ ਕੁਝ ਦੇ ਵਿੱਚ ਇੱਕ ਵਰਤਾਰਾ ਬਹੁਤ ਵੱਡਾ ਵਾਪਰ ਰਿਹਾ ਕਿ ਕੰਟਰੈਕਟ ਹੋ ਜਾਂਦਾ ਹੈ ਪ੍ਰਾਪਰਟੀ ਲੈਣ ਦੇ ਲਈ, ਆਫਰ ਐਕਸੈਪਟ ਹੋ ਜਾਂਦੀ ਆ। ਉਹਦੇ ਤੋਂ ਬਾਅਦ ਲੋਕਾਂ ਕੋਲੋਂ ਕੰਪਲੀਸ਼ਨ ਨਹੀਂ ਹੁੰਦੀ। ਜਦੋਂ ਕੰਪਲੀਸ਼ਨ ਨਹੀਂ ਹੁੰਦੀ, ਕਿਉਂਕਿ ਮੰਨ ਲਓ ਜਿਹੜੀ ਪ੍ਰਾਪਰਟੀ ਉਸ ਵੇਲੇ ਮਹਿੰਗੀ ਸੀ, ਡਿਪੋਜ਼ਿਟ ਦੇ ਦਿੱਤਾ, ਹੁਣ ਪ੍ਰਾਪਰਟੀ ਸਸਤੀ ਹੋ ਗਈ, ਅਤੇ ਲੋਕਾਂ ਨੂੰ ਇੱਦਾਂ ਲੱਗਦਾ ਕਿ ਜਿਹੜਾ ਡਿਪੋਜ਼ਿਟ ਦਿੱਤਾ ਆ, ਜੇ ਉਹ ਛੱਡ ਦਈਏ ਤਾਂ ਵੀ ਫਾਇਦੇ 'ਚ ਰਵਾਂਗੇ। ਕੰਪਲੀਸ਼ਨ ਜਾਂ ਕਈ ਵਾਰੀ ਮੌਰਗੇਜ ਨਹੀਂ ਹੁੰਦੀ, ਅੱਗਿਓਂ ਪ੍ਰਾਪਰਟੀ ਦੀ ਜਿਹੜੀ ਵੈਲਿਊਏਸ਼ਨ ਉਹ ਥੱਲੇ ਚਲੇਗੀ, ਅਪਰੇਜ਼ਲ ਥੱਲੇ ਚਲੇਗੀ ਆ। ਕਿਸੇ ਵੀ ਮਾਮਲੇ ਕਰਕੇ ਕਈ ਕੇਸ ਇਹੋ ਜਿਹੇ ਹੁਣ ਸਾਹਮਣੇ ਆ ਰਹੇ ਆ ਜਿਨ੍ਹਾਂ ਦੇ ਵਿੱਚ ਪ੍ਰੋਪਰਟੀਜ਼ ਦੀ ਕੰਪਲੀਸ਼ਨ ਨਹੀਂ ਹੋ ਰਹੀ। ਮਤਲਬ ਬੰਦੇ ਨੇ ਗੱਲ ਕਰ ਲਈ, ਸੌਦਾ ਕਰ ਲਿਆ, ਉਹਦੇ ਤੋਂ ਬਾਅਦ ਹੁਣ ਉਹਨੂੰ ਕੰਪਲੀਟ ਨਹੀਂ ਉਹ ਹੋ ਰਿਹਾ। ਇਸ ਕੇਸ ਦੇ ਵਿੱਚ ਬਾਇਰ ਦੇ ਕੀ ਹੱਕ ਆ, ਜਾਂ ਉਹਨੂੰ ਕੀ ਜਿਹੜਾ ਘਾਟਾ ਨੁਕਸਾਨ ਹੋ ਸਕਦਾ, ਉਹਦੀ ਕਿੱਦਾਂ ਪੂਰਤੀ ਕੀਤੀ ਜਾ ਸਕਦੀ ਹੈ, ਅਤੇ ਜਿਹੜਾ ਸੈਲਰ ਆ ਉਹਦੇ ਲਈ ਇਹ ਕੀ ਹੈ। ਇਸ ਮੁੱਦੇ 'ਤੇ ਅੱਜ ਅਸੀਂ ਗੱਲਬਾਤ ਕਰਨ ਦੇ ਲਈ ਸਰਦਾਰ ਜਗਮੋਹਨ ਸਿੰਘ ਹੋਣਾ ਦੇ ਕੋਲ ਆਏ ਹਾਂ। ਜਗਮੋਹਨ ਸਿੰਘ ਜੀ, ਇੱਕ ਸਾਨੂੰ ਜਾਣਕਾਰੀ ਦਿਓ ਕਿ ਮੰਨ ਲਓ ਕਿਸੇ ਨਾਲ ਕੰਟਰੈਕਟ ਹੋ ਗਿਆ, ਹੁਣ ਉਹ ਕੰਪਲੀਸ਼ਨ ਨਹੀਂ ਹੋ ਰਹੀ, ਡਿਪੋਜ਼ਿਟ 50,000 ਦਿੱਤਾ ਸੀ, ਉਹ 50,000 ਦਾ ਕੀ ਬਣਿਆ, ਜਾਂ ਉਹ ਚਲੇ ਗਿਆ, ਫਿਰ ਉਹਦੇ ਕੋਲ ਆਪਣੇ ਆਪ ਚਲੇ ਜਾਂਦਾ ਜਿਹੜਾ ਸੈਲਰ ਹੁੰਦਾ? ਸਭ ਤੋਂ ਪਹਿਲਾਂ ਤਾਂ ਜੀ ਤੁਹਾਡੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਸੋ ਪਹਿਲਾਂ ਆਪਾਂ ਜਨਰਲ ਲਾਅ ਦੀ ਗੱਲ ਕਰੀਏ ਵੀ ਇਹਦੇ ਵਿੱਚ ਕੀ ਹੈਗਾ। ਰੀਅਲ estate ਦੇ ਵਿੱਚ ਜਿਹੜਾ ਇਹ ਜਦੋਂ ਵੀ ਕੰਟਰੈਕਟ ਬ੍ਰੀਚ ਹੁੰਦਾ, ਵਾਟ ਆਰ ਰੈਮਡੀਜ਼ ਫॉर ਸੈਲਰਸ ਐਂਡ ਬਾਇਰਸ, ਇਹ ਉਸ ਮੁੱਦੇ 'ਤੇ ਆਪਾਂ ਗੱਲ ਕਰਦੇ ਹਾਂ। ਜਦੋਂ ਵੀ ਕੋਈ ਰੀਅਲ estate ਦਾ ਕੰਟਰੈਕਟ ਫਰਮ ਹੋ ਜਾਂਦਾ, ਉਹ ਇੱਕ ਦੂਸਰੇ ਕੰਟਰੈਕਟਸ ਵਾਂਗੂ ਹੈ, ਪਰ ਥੋੜ੍ਹੀ ਜਿਹੀ ਮੋਰ ਦੇ ਵਿੱਚ ਸਪੈਸ਼ਲ ਹੁੰਦਾ ਵੀ ਇਹਦੇ ਵਿੱਚ ਡਿਪੋਜ਼ਿਟ ਆਲਰੇਡੀ ਦਿੱਤਾ ਹੁੰਦਾ। ਅਤੇ ਜਿਹੜਾ ਡਿਪੋਜ਼ਿਟ ਹੈ ਬਹੁਤੇ ਵਾਰੀ ਤਾਂ ਰੀਅਲ estate ਕੰਪਨੀਆਂ ਦੇ ਵਿੱਚ ਹੁੰਦਾ, ਅਤੇ ਕਈ ਵਾਰੀ ਸਿੱਧਾ ਵੀ ਦਿੱਤਾ ਹੁੰਦਾ। ਸੋ ਇਨ ਦੀ ਇਵੈਂਟ ਆਫ ਡਿਫਾਲਟ, ਜਦੋਂ ਕਿ ਜਿਹੜਾ ਬਾਇਰ ਆ, ਜਿਹੜਾ ਖਰੀਦਦਾਰ ਹੈ, ਉਹ ਕੰਟਰੈਕਟ ਡਿਫਾਲਟ ਕਰ ਗਿਆ, ਆਮ ਤੌਰ 'ਤੇ ਜਿਸ ਦਿਨ ਦੀ ਕੰਪਲੀਸ਼ਨ ਡੇਟ ਦਿੱਤੀ ਹੁੰਦੀ ਹੈ ਉਹਦੇ 'ਤੇ 4 ਵਜੇ ਤੱਕ ਉੱਤੇ ਹੁੰਦਾ, ਜਾਂ ਜੋ ਵੀ ਉੱਥੇ ਮੈਜੋਰਟੀ ਥਾਵਾਂ ਦੇ ਉੱਤੇ ਉਹਨੇ ਪੈਸੇ ਨਹੀਂ ਦਿੱਤੇ, ਸਾਰੇ ਡਾਕੂਮੈਂਟ ਨਹੀਂ ਪਹੁੰਚਾਏ, ਅਤੇ ਉਹ ਡਿਫਾਲਟ ਹੋ ਗਿਆ। ਡਿਫਾਲਟ ਹੋਣ ਦੀ ਸਿਚੁਏਸ਼ਨ ਦੇ ਵਿੱਚ ਜਿਹੜਾ ਸੈਲਰ ਆ, ਜਿਹੜਾ ਵੇਚਣ ਵਾਲਾ ਆ, ਉਹਦੇ ਕੋਲ ਹੱਕ ਹੈ ਕਿ ਉਹਨੂੰ ਚਿੱਠੀ ਪਾ ਕੇ ਨੋਟਿਸ ਦੇ ਦੇਵੇ ਵੀ ਤੂੰ ਅੱਜ ਇਸ ਆਪਣੇ ਕੰਟਰੈਕਟ ਦੇ ਮੁਤਾਬਕ ਫੇਲ ਹੋ ਗਿਆ, ਅਤੇ ਅਸੀਂ ਆਪਣੀਆਂ ਜਿਹੜੀਆਂ ਰੈਮਡੀਜ਼ ਆ ਜਾਂ ਅਵੇਲੇਬਲ ਰੈਮਡੀਜ਼ ਅਸੀਂ ਸੀਕ ਕਰਾਂਗੇ ਜਾਂ ਅਸੀਂ ਕਰਾਂਗੇ। ਉਹਦੇ ਵਿੱਚ ਰੈਮਡੀਜ਼ ਉਹਦੇ ਕੋਲ ਕੀ ਹੈਗਾ, ਪਹਿਲਾ ਨੰਬਰ ਤਾਂ ਜੋ BC 'ਚ ਲਾਅ ਹੈ ਇਸ ਵੇਲੇ, ਵੀ ਉਹ ਜਿਹੜਾ ਡੈਮੇਜ ਆ ਉਹਨੂੰ ਫੋਰਫੀਟ ਕਰ ਸਕਦਾ, ਚਾਹੇ ਤੁਹਾਡੇ ਕੰਟਰੈਕਟ ਵਿੱਚ ਲਿਖਿਆ ਜਾਂ ਨਹੀਂ ਲਿਖਿਆ, ਉਹ ਹੱਕਦਾਰ ਹੈ ਕਾਨੂੰਨ ਦੇ ਮੁਤਾਬਕ ਡਿਪੋਜ਼ਿਟ ਨੂੰ ਫੋਰਫੀਟ ਕਰਨ ਦਾ। ਪਰ ਡਿਪੋਜ਼ਿਟ ਫੋਰਫੀਟ ਕਰਨਾ ਆਟੋਮੈਟਿਕ ਰਾਈਟ ਨਹੀਂ ਹੈ, ਕਿਉਂਕਿ ਜਿਹੜਾ ਪੈਸਾ ਕਈ ਵਾਰੀ ਰੀਅਲਟੀ ਕੰਪਨੀ 'ਚ ਪਿਆ ਹੁੰਦਾ, ਜਾਂ ਜੇ ਸਿੱਧਾ ਸੈਲਰ ਨੂੰ ਵੀ ਦਿੱਤਾ ਅਤੇ ਉਸ ਨੂੰ ਉਹਦੇ ਵਾਸਤੇ ਪ੍ਰੋਪਰ ਨੋਟਿਸ ਚਾਹੀਦੇ ਆ। ਔਰ ਸਮਟਾਈਮ ਜਦੋਂ ਪੈਸਾ ਰੀਅਲਟੀ ਵਿੱਚ ਪਿਆ ਹੁੰਦਾ, ਉਹ ਜਾਂ ਕੰਸੈਂਟ ਚਾਹੀਦੀ ਬਾਇਰ ਦੀ, ਜਾਂ ਕੋਰਟ ਦਾ ਆਰਡਰ ਚਾਹੀਦਾ। ਸੋ ਜੇ ਕੋਈ ਐਸਾ ਮੁੱਦਾ ਖੜਾ ਹੋ ਗਿਆ, ਤੁਸੀਂ ਸੈਲਰ ਹੋ, ਤੁਹਾਡਾ ਕੰਟਰੈਕਟ ਬਰੀਚ ਕਰ ਦਿੱਤਾ, ਅਤੇ ਤੁਸੀਂ ਸਾਡੇ ਕੋਲ ਆਓ, ਤੁਹਾਨੂੰ ਜਿਹੜੀਆਂ ਅਗਲੀ ਰੈਮਡੀਜ਼ ਅਸੀਂ ਦੱਸ ਸਕਾਂਗੇ ਵੀ ਤੁਸੀਂ ਜੇ ਚਾਹੁੰਦੇ ਹੋ ਡਿਪੋਜ਼ਿਟ ਫੋਰਫੀਟ ਕਰਨਾ, ਅਤੇ ਕਿਸ ਤਰ੍ਹਾਂ ਪ੍ਰੋਪਰਲੀ ਹੋਵੇ, ਤਾਂ ਕਿ ਤੁਹਾਨੂੰ ਜਿਹੜਾ ਬਾਇਰ ਉਹ ਤੁਹਾਨੂੰ ਸੂ ਨਾ ਕਰ ਸਕੇ। ਇਹਦੇ ਵਿੱਚ ਕੀ ਇਹ
ਸਾਰਿਆਂ ਦੇ ਉੱਤੇ ਇਸ ਤਰ੍ਹਾਂ ਲਾਗੂ ਹੁੰਦਾ ਜਾਂ ਹਰ ਇੱਕ ਕੇਸ ਦੇ ਲਈ ਇਹ ਵੱਖਰਾ ਵੀ ਹੁੰਦਾ ਕਿ ਕੇਸ ਟੂ ਕੇਸ ਇਹਦੇ 'ਚ ਕੁਝ ਫਰਕ ਵੀ ਹੁੰਦੇ? ਦੇਖੋ ਜਿਹੜੇ ਫੈਕਟਸ ਆ, ਤੁਹਾਡਾ ਕੰਟਰੈਕਟ ਕਿੱਦਾਂ ਦਿੱਤਾ ਆ, ਸੈਲਰ ਦੀਆਂ ਕੀ ਲੋੜਾਂ, ਬਾਇਰ ਦੀਆਂ ਕੀ ਲੋੜਾਂ, ਇਹ ਸਾਰਾ ਕੁਝ ਦੇਖਣਾ ਪੈਂਦਾ। ਇਹ ਬੜਾ ਸਿਚੁਏਸ਼ਨ ਸਪੈਸੀਫਿਕ ਹੈਗਾ। ਜਿਹੜਾ ਬਾਇਰ ਆ ਉਹ ਜਿਹੜਾ ਔਨ ਹੁੱਕ ਆ, ਜੇ ਫਰਜ਼ ਕਰੋ ਕਿ ਸੈਲਰ ਡਿਫਾਲਟ ਕਰ ਗਿਆ, ਈਵਨ ਡਿਪੋਜ਼ਿਟ ਫੋਰਫੀਟ ਕਰਨ ਤੋਂ ਬਾਅਦ ਵੀ ਜਿਹੜਾ ਸੈਲਰ ਆ ਉਹਦੀ ਮਰਜ਼ੀ ਆ ਕਿ ਆਪਣੀ ਪ੍ਰਾਪਰਟੀ ਦੁਬਾਰਾ ਵੇਚਣੀ ਚਾਹੁੰਦਾ। ਜੇ ਦੁਬਾਰਾ ਵੇਚਣੀ ਚਾਹੁੰਦਾ ਤਾਂ ਇਮੀਡੀਏਟਲੀ ਉਹ ਮਾਰਕੀਟ ਦੇ ਵਿੱਚ ਲਗਾ ਦੇਗਾ ਅਤੇ ਰੀਜ਼ਨੇਬਲ ਐਫਰਟਸ ਉਹਨੂੰ ਕਰਨੇ ਪੈਣਗੇ ਪ੍ਰਾਪਰਟੀ ਦੇ ਵਿੱਚ ਮਾਰਕੀਟ ਕਰਨ ਦੇ। ਉਸ ਤੋਂ ਬਾਅਦ ਜਿਹੜੀ ਆਈ ਆਫਰ 'ਤੇ ਜੋ ਵੇਚਦਾ, ਉਹ ਜਿੰਨੇ ਘਾਟੇ ਵਿੱਚ ਆਫਰ ਵਿਕੀ ਹੈ ਉਹਦੇ ਲਈ ਫਿਰ ਵੀ ਉਹ ਸੂ ਕਰ ਸਕਦਾ। ਪਰ ਇਹ ਹਰ ਹਾਲਾਤ ਦੇ ਵਿੱਚ ਹੀ ਲਾਗੂ ਹੋਵੇਗਾ, ਇਹ ਤੁਹਾਡੇ ਡਾਕੂਮੈਂਟ ਦੇਖਣੇ ਪੈਣਗੇ ਸਾਨੂੰ। ਕਈ ਥਾਵਾਂ 'ਤੇ ਸਾਡੇ ਕੋਲ ਇੱਦਾਂ ਦੇ ਨੋਟਿਸ ਵੀ ਆਏ ਆ ਕਿ ਸੈਲਰਸ ਨੇ ਪ੍ਰਾਪਰਟੀ ਵੇਚ ਦਿੱਤੀ, ਕਈ ਵਾਰੀ ਖਾਸ ਕਰਕੇ ਰੈਂਟਲ ਪ੍ਰਾਪਰਟੀਜ਼ ਦੇ ਵਿੱਚ। ਉਸ ਦਿਨ ਜਿਹੜੇ ਟੈਨੈਂਟਸ ਨੇ ਪ੍ਰਾਪਰਟੀ ਨਹੀਂ ਖਾਲੀ ਕੀਤੀ, ਅਤੇ ਪ੍ਰਾਪਰਟੀ ਖਾਲੀ ਨਹੀਂ ਕੀਤੀ, ਜਿਹੜਾ ਬਾਇਰ ਸੀ ਉਹ ਆਪਣਾ ਘਰ ਉੱਥੇ ਉਹਨੇ ਮੂਵ ਹੋਣਾ ਸੀ, ਆਪਣਾ ਸਮਾਨ ਪੈਕ ਕਰੀ ਬੈਠਾ, ਉਹਦੇ ਵਿੱਚ ਬੜੀ ਸਮੱਸਿਆ ਆਈ। ਅਤੇ ਜਿਹੜਾ ਸੈਲਰ ਆ ਉਹਦੇ ਕੋਲ, ਬਾਇਰ ਦੇ ਕੋਲ ਕੀ ਰੈਮਡੀਜ਼ ਆ, ਬਾਇਰ ਆਪਣੇ ਡੈਮੇਜਸ ਲਈ, ਜਿਹੜੇ ਐਕਸਟਰਾ ਖਰਚਿਆਂ ਦੇ ਲਈ, ਇਹ ਸਾਰੀਆਂ ਚੀਜ਼ਾਂ ਲਈ ਉਹਨਾਂ ਨੂੰ ਸੂ ਕਰ ਸਕਦਾ, ਔਰ ਕਈ ਸਥਿਤੀਆਂ ਦੇ ਵਿੱਚ ਉਹ ਡੈਮੇਜ ਲੈ ਕੇ ਹੋਰ ਪ੍ਰਾਪਰਟੀ ਵੀ ਲੈ ਸਕਦਾ। ਇਹ ਜਿਹੜੀਆਂ ਸਾਰੀਆਂ ਗੱਲਾਂ ਬਾਤਾਂ ਤੁਹਾਡੇ ਕੰਟਰੈਕਟ ਦੇ ਮੁਤਾਬਕ, ਸਥਿਤੀ ਦੇ ਮੁਤਾਬਕ ਅਸੀਂ ਤੁਹਾਨੂੰ ਐਡਵਾਈਸ ਕਰ ਸਕਦੇ ਹਾਂ। ਜੇ ਤੁਸੀਂ ਬਾਇਰ ਹੋ ਅਤੇ ਤੁਹਾਡਾ ਸੈਲਰ ਤੁਹਾਨੂੰ ਪ੍ਰਾਪਰਟੀ ਨਹੀਂ ਦੇ ਰਿਹਾ ਜਾਂ ਤੁਹਾਡੀਆਂ ਸ਼ਰਤਾਂ ਮੁਤਾਬਕ ਦੇ ਨਹੀਂ ਰਿਹਾ, ਤਾਂ ਵੀ ਤੁਹਾਨੂੰ ਸੰਪਰਕ ਕਰ ਸਕਦੇ ਹੋ। ਤੁਹਾਡਾ ਕੰਟੈਕਟ ਨੰਬਰ 604 590 1500 ਦੇ ਉੱਤੇ। ਅਤੇ ਜੇ ਤੁਸੀਂ ਤੁਹਾਡਾ ਜਿਹੜਾ ਬਾਇਰ ਡਿਫਾਲਟ ਕਰ ਗਿਆ ਅਤੇ ਡਿਪੋਜ਼ਿਟ ਬਹੁਤ ਥੋੜ੍ਹਾ ਹੈ ਜਾਂ ਡਿਪੋਜ਼ਿਟ ਫੋਰਫੀਟ ਕਰਨਾ ਚਾਹੁੰਦੇ ਹੋ, ਤੁਸੀਂ ਉਹ ਸਾਰੀਆਂ ਰੈਮਡੀਜ਼ ਲਈ ਸਾਨੂੰ ਮਿਲੋ। ਅਸੀਂ ਤੁਹਾਡੀ ਸਿਚੁਏਸ਼ਨ ਦੇਖ ਕੇ ਤੁਹਾਨੂੰ ਉਹਦੇ ਮੁਤਾਬਕ ਅਸੀਂ ਐਡਵਾਈਸ ਦੇਵਾਂਗੇ। ਆਈ ਕੈਨ ਟੈਲ ਜਨਰਲ ਸਟੇਟ ਆਫ ਲਾਅ ਵੀ ਦੂਸਰੇ ਵਾਸਤੇ ਵੀ ਜਿਹੜਾ ਵੀ ਰੀਚਿੰਗ ਪਾਰਟੀ ਆ, ਚਾਹੇ ਸੈਲਰ ਆ ਅਤੇ ਚਾਹੇ ਬਾਇਰ ਆ, ਉਹਦੇ ਕੋਲ ਦੋ ਚੀਜ਼ਾਂ ਹੁੰਦੀਆਂ ਜੀ। ਉਹ ਸਪੈਸੀਫਿਕ ਪਰਫੋਰਮੈਂਸ ਲਈ ਸੂ ਕਰ ਸਕਦਾ। ਸਪੈਸੀਫਿਕ ਪਰਫੋਰਮੈਂਸ ਕੀ ਆ ਵੀ ਉਸੇ ਹੀ ਕੰਟਰੈਕਟ ਦੀ ਪਰਫੋਰਮੈਂਸ ਲਈ, ਕਿ ਇਹ ਜਿਹੜਾ ਬਾਇਰ ਆ ਇਹਨੂੰ ਫੋਰਸ ਕੀਤਾ ਜਾਵੇ ਕਿ ਮੇਰਾ ਕੰਟਰੈਕਟ ਕੰਪਲੀਟ ਕਰੇ। ਅਤੇ ਦੂਸਰੀ ਰੈਮਡੀ ਉਹਦੇ ਕੋਲ ਇਹ ਹੁੰਦੀ ਆ ਕਿ ਇਹ ਜਿਹੜੀ ਪ੍ਰਾਪਰਟੀ ਮੈਂ ਕਿਸੇ ਹੋਰ ਨੂੰ ਵੇਚ ਦੇਵਾਂਗਾ, ਡੈਮੇਜ ਵਾਲੇ ਜਿਹਨੂੰ ਸੂ ਕਰੂੰਗਾ, ਜਿਹੜਾ ਵੀ ਮੇਰਾ ਨੁਕਸਾਨ ਹੋਊਗਾ। ਇਸੇ ਤਰ੍ਹਾਂ ਜਿਹੜਾ ਬਾਇਰ ਆ ਉਹਦੇ ਕੋਲ ਵੀ ਇਹ ਰੈਮਡੀ ਹੁੰਦੀ ਆ ਵੀ ਇੱਕ ਤਾਂ ਉਹ ਪ੍ਰਾਪਰਟੀ ਉਸੇ ਲਈ ਵੀ ਮੈਨੂੰ ਆਹੀ ਪ੍ਰਾਪਰਟੀ ਚਾਹੀਦੀ ਹੈ ਅਤੇ ਮੈਨੂੰ ਖਾਲੀ ਕਰਵਾ ਕੇ ਦੇ, ਅਤੇ ਦੂਜੀ ਉਹਦੇ ਕੋਲ ਉਸ ਤੋਂ ਬਾਅਦ ਹੁੰਦਾ ਕਿ ਭਾਈ ਮੈਂ ਪ੍ਰਾਪਰਟੀ ਕੋ ਹੋਰ ਲੈ ਲੈਣਾ, ਜਿਹੜਾ ਮੇਰਾ ਨੁਕਸਾਨ ਹੋਇਆ ਉਹਦੀ ਭਰਪਾਈ ਕੀਤੀ ਜਾਵੇ। ਜਿਹੜੀ ਸਪੈਸੀਫਿਕ ਪਰਫੋਰਮੈਂਸ ਜਿਹੜੀ ਲੈਣੀ ਆ, ਉਹਦੇ ਵਾਸਤੇ ਤੁਹਾਨੂੰ ਇੱਕ ਖਾਸ ਟੈਸਟ ਆ ਯੂਨੀਕਨੈਸ ਦਾ, ਵੀ ਤੁਹਾਨੂੰ ਇਹ ਜਿਹੜੀ ਪ੍ਰਾਪਰਟੀ ਇਹ ਕਦ ਲਈ ਚਾਹੀਦੀ ਆ, ਇਹਦਾ ਹੋਰ ਅਲਟਰਨੇਟਿਵ ਮਾਰਕੀਟ 'ਚ ਹੈ ਕਿ ਨਹੀਂ ਹੈ। ਜੇ ਕੋਈ ਹੋਰ ਅਲਟਰਨੇਟਿਵ ਸੀ, ਤੁਸੀਂ ਹੋਰ ਕਿਉਂ ਨਹੀਂ ਐਕਸਪਲੋਰ ਕੀਤਾ। ਇਹ ਸਾਰੀਆਂ ਗੱਲਾਂ ਦੇਖਣੀਆਂ ਪੈਣਗੀਆਂ। ਯੂਨੀਕਨੈਸ ਦਾ ਜਿਹੜਾ ਟੈਸਟ ਆ ਉਹ ਥੋੜ੍ਹਾ ਜਿਹਾ ਟਫ ਹੁੰਦਾ ਕਈ ਵਾਰੀ ਪਲੇ ਕਰਨਾ, ਪਰ ਸਮ ਟਾਈਮ ਕੋਰਟਾਂ ਨੇ ਇਹ ਦੇ ਦਿੰਦੀਆਂ। ਅਗੇਨ ਇਹ ਤੁਹਾਡੀ ਕੇਸ ਜਿਹੜੀ ਸਿਚੁਏਸ਼ਨ ਹੈ ਉਹਦੇ ਵਿੱਚ ਤੁਸੀਂ ਯੂਨੀਕਨੈਸ ਪਲੇ ਕਰ ਸਕਦੇ ਆ। ਸਪੈਸੀਫਿਕ ਪਰਫੋਰਮੈਂਸ ਲਈ ਇੰਟਾਈਟਲਡ ਆ ਜਾਂ ਇਕੱਲੇ ਡੈਮੇਜਸ ਲਈ ਇੰਟਾਈਟਲਡ ਆ। ਕੀ ਤੁਹਾਡੇ ਬਾਇਰ ਤੋਂ ਤੁਹਾਡੀ ਭਰਪਾਈ ਹੋ ਸਕਦੀ ਜਿਹੜਾ ਬਰੀਚ ਕਰ ਗਿਆ, ਜਾਂ ਤੁਹਾਡੇ ਸੈਲਰ ਦੇ ਕੋਲੋਂ ਜਿਹੜਾ ਬਾਇਰ ਹੈ ਉਹ ਉਸੇ ਹੀ ਪ੍ਰਾਪਰਟੀ ਲੈਣ ਵਾਸਤੇ ਦਾਅਵਾ ਕਰ ਸਕਦਾ ਕਿ ਨਹੀਂ ਕਰ ਸਕਦਾ। ਇਹ ਸਾਰੀਆਂ ਗੱਲਾਂ ਜਿਹੜੀਆਂ ਬੜੀਆਂ ਹਰ ਕਾਗਜ਼ਾਤ ਦੇਖ ਕੇ, ਜਿਹੜੇ ਇਕੱਲੇ ਕਾਗਜ਼ਾਤ ਦੇਖ ਕੇ ਨਹੀਂ, ਜਿਹੜਾ ਓਰਲ ਐਵੀਡੈਂਸ ਵੀ ਕਈ ਵਾਰੀ ਕਾਊਂਟ ਹੁੰਦਾ ਵੀ ਉਹਨਾਂ ਦੀ ਆਪਸ ਵਿੱਚ ਹੀ ਕੀ ਗੱਲਾਂ ਬਾਤਾਂ ਹੋਈਆਂ। ਜਿਹੜਾ ਕੰਟਰੈਕਟ ਆ ਉਹ ਤਾਂ ਲਿਖਿਆ ਹੋਇਆ, ਪਰ ਕੰਟਰੈਕਟ ਤੋਂ ਪਹਿਲਾਂ ਕਿਹੜੀਆਂ ਰੈਪਰਜ਼ੈਂਟੇਸ਼ਨਸ ਹੋਈਆਂ, ਕੰਟਰੈਕਟ ਹੋਣ ਤੋਂ ਬਾਅਦ ਕੋਈ ਈਮੇਲਸ, ਕੋਈ ਟੈਕਸਟ ਮੈਸੇਜਿਸ, ਕੋਈ ਵਰਬਲ ਰੈਪਰਜ਼ੈਂਟੇਸ਼ਨਸ ਹੋਈਆਂ, ਉਹ ਸਾਰੀਆਂ ਗੱਲਾਂ ਦੇਖਣੀਆਂ ਪੈਣਗੀਆਂ। ਉਹਦੇ ਮੁਤਾਬਕ ਹੀ ਤੁਹਾਨੂੰ ਅਸੀਂ ਸੋਲਿਊਸ਼ਨ ਦੱਸ ਸਕਦੇ ਹਾਂ। ਇੱਕ ਸਾਨੂੰ ਹੋਰ ਗੱਲ ਦੱਸਿਓ, ਇਨ ਜਨਰਲ ਕੀ ਹੁੰਦਾ, ਮੰਨ ਲਓ ਕਿਸੇ ਬੰਦੇ ਨੇ ਡਿਪੋਜ਼ਿਟ ਦਿੱਤਾ ਸੀ, ਹੁਣ ਕੰਪਲੀਸ਼ਨ ਉਹਦੇ ਕੋਲ ਹੋ ਨਹੀਂ ਰਹੀ ਕਿਉਂਕਿ ਉਹਨੂੰ ਮੌਰਗੇਜ ਨਹੀਂ ਮਿਲ ਰਹੀ। ਆਮ ਤੌਰ 'ਤੇ ਮੰਨ ਲਿਆ ਜਾਂਦਾ ਵੀ ਹੁਣ ਡਿਪੋਜ਼ਿਟ ਗਿਆ ਜਾਂ ਮੈਂ ਛੱਡ ਦੇਣਾ, ਉਹਦੇ ਕੋਲੋਂ ਡਿਪੋਜ਼ਿਟ ਬਚਾਉਣ ਦਾ ਵੀ ਕੋਈ ਤਰੀਕਾ ਹੋ ਸਕਦਾ? ਡਿਪੈਂਡਿੰਗ ਔਨ ਦੀ ਸਿਚੁਏਸ਼ਨ ਵੀ ਡਿਪੋਜ਼ਿਟ ਉਹਦੇ 'ਤੇ ਜਿਹੜਾ ਜਾਂ ਮੈਜੋਰਟੀ ਤਾਂ ਜਿਹੜੀ ਹੈਗੀ ਆ ਵੀ ਕੰਸੈਂਟ ਨਾਲ ਹੋ ਸਕਦਾ, ਪਰ ਜਿਹੜਾ ਰਾਈਟ ਲਾਅ ਇਹ ਆ ਵੀ ਡਿਪੋਜ਼ਿਟ ਫੋਰਫੀਟ ਹੋ ਜਾਣਾ। ਅੱਜ ਤੋਂ ਪਹਿਲਾਂ ਕਈ ਸਾਲ ਪਹਿਲਾਂ ਥੋੜ੍ਹਾ ਜਿਹਾ ਇੱਥੇ BC 'ਚ ਲਾਅ ਦੀ ਚੇਂਜ ਆਈ ਸੀ। ਉਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਡਿਪੋਜ਼ਿਟ ਫੋਰਫੀਟ ਕਰਨ ਦੇ ਲਈ ਵੀ ਜਿਹੜਾ ਸੈਲਰ ਆ ਉਹਨੂੰ ਡੈਮੋਸਟ੍ਰੇਟ ਕਰਨਾ ਪਏਗਾ ਕਿ ਕੋਈ ਉਹਦਾ ਨੁਕਸਾਨ ਹੋਇਆ ਕਿ ਨਹੀਂ ਹੋਇਆ, ਪਰ ਕੋਰਟ ਨੇ ਉਹ ਚੇਂਜ ਕਰ ਦਿੱਤਾ। ਉਹਨਾਂ ਨੇ ਇਹ ਕਿਹਾ ਕਿ ਜਿਹੜਾ ਡਿਪੋਜ਼ਿਟ ਆ ਉਹ ਬੰਦੇ ਦੀ ਸੀਰੀਅਸਨੈਸ ਲਈ, ਕਿ ਉਹ ਰੀਅਲ estate ਪਰਚੇਜ਼ ਕਰਨ ਲਈ ਸੀਰੀਅਸ ਆ, ਇਹ ਜ਼ਰੂਰੀ ਹੈ। ਕਿਉਂਕਿ ਜ਼ਰੂਰੀ ਹੋਣ ਕਰਕੇ ਬਹੁਤ ਦੇਰ ਤੋਂ ਚੱਲਿਆ ਆ ਰਿਹਾ, ਅਤੇ ਡਿਪੋਜ਼ਿਟ ਫੋਰਫੀਟ ਉਹਨਾਂ ਨੇ ਕਰਤਾ ਕਿ ਡਿਪੋਜ਼ਿਟ ਤਾਂ ਫੋਰਫੀਟ ਹੋਏਗਾ ਹੀ ਇਨ ਦੀ ਇਵੈਂਟ ਪਾਰਟੀਜ਼ ਐਗਰੀ ਹੋ ਜਾਣ। ਦੂਸਰੀ ਤਰ੍ਹਾਂ ਬਾਏ ਐਗਰੀਮੈਂਟ ਹੋ ਸਕਦਾ, ਅਦਰਵਾਈਜ਼ ਜੇ ਚਾਹਵੇ ਸੈਲਰ ਤਾਂ ਫੋਰਫੀਟ ਡਿਪੋਜ਼ਿਟ ਕਰ ਸਕਦਾ। ਹੁਣ
50,000 ਦਾ ਡਿਪੋਜ਼ਿਟ ਸੀ, ਪ੍ਰੋਪਰਟੀ 2 ਮਿਲੀਅਨ ਦੀ ਸੀਗੀ, ਉਹਨੇ ਕੰਪਲੀਸ਼ਨ ਕੀਤੀ ਨਹੀਂ, ਮੰਨ ਲਓ 4-5 ਮਹੀਨੇ ਦਾ ਸਮਾਂ ਸੀ, ਪ੍ਰੋਪਰਟੀ 1.5 ਮਿਲੀਅਨ ਦੀ ਰਹਿ ਗਈ, ਉਹਦਾ ਨੁਕਸਾਨ ਜਿਹੜਾ 5 ਲੱਖ ਦਾ ਹੋ ਗਿਆ। ਕੀ ਉਹਦੇ ਲਈ ਵੀ ਉਹ ਕਹਿ ਸਕਦਾ ਵੀ ਇਹਨੇ ਮੇਰਾ ਨੁਕਸਾਨ ਕੀਤਾ ਤੇ ਮੇਰੀ ਭਰਪਾਈ ਕਰੋ? ਦੇਖੋ, ਜਿਹੜਾ ਲਾਅ ਬੜਾ ਕਲੀਅਰ ਹੈ ਇਸ ਗੱਲ ਦੇ ਉੱਤੇ ਵੀ ਜਿਹੜਾ ਸੈਲਰ ਆ ਉਹ ਇੰਟਾਈਟਲਡ ਆ ਡਿਪੋਜ਼ਿਟ ਲਈ, ਉਸ ਤੋਂ ਇਲਾਵਾ ਜਿੰਨਾ ਉਹਦਾ ਨੁਕਸਾਨ ਕੀਤਾ ਉਹਦੀ ਭਰਪਾਈ ਲਈ। ਪਰ ਅਗੇਨ ਤੁਹਾਡੇ ਕੰਟਰੈਕਟ ਦੇ ਦੌਰਾਨ ਕੋਈ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੋਈਆਂ, ਕੋਈ ਸੈਲਰ ਨੇ ਇੰਸ਼ੋਰੈਂਸ ਕੀਤੀ ਜਾਂ ਕੋਈ ਤੁਹਾਡੀ ਨੈਗੋਸ਼ੀਏਸ਼ਨ ਫਰਦਰ ਹੋਈ ਜਾਂ ਨਹੀਂ ਹੋਈ ਜਾਂ ਹੋ ਸਕਦੀ ਹੈ ਪੋਟੈਂਸ਼ੀਅਲੀ, ਇਹ ਸਾਰੀਆਂ ਗੱਲਾਂ ਦੇਖਣੀਆਂ ਪੈਣਗੀਆਂ ਜੀ। ਜੀ, ਇੱਕ ਵਾਰੀ ਸਾਨੂੰ ਆਪਣਾ ਜਿਹੜਾ ਕੰਟੈਕਟ ਆ ਫਿਰ ਦੱਸਿਓ ਜੀ। ਸਾਡਾ ਜੀ 604 590 1500 ਫੋਨ ਨੰਬਰ ਹੈ ਜੀ, ਅਤੇ ਪ੍ਰਾਈਮਸ ਲਾਅ ਕਾਰਪੋਰੇਸ਼ਨ ਸਾਡਾ ਕੰਪਨੀ ਦਾ ਨਾਂ ਹੈ, ਅਤੇ ਸਾਡਾ ਐਡਰੈਸ ਹੈਗਾ ਜੀ ਯੂਨਿਟ 206 8078 128 ਸਟਰੀਟ ਲਿਟਲ ਇੰਡੀਆ ਪਲਾਜ਼ਾ ਵਿੱਚ ਹੈਗੇ ਆ। ਸਾਨੂੰ ਫੋਨ ਕਰੋ, ਸਾਨੂੰ ਈਮੇਲ ਕਰੋ, ਸਾਡੀ ਵੈਬਸਾਈਟ 'ਤੇ ਜਾਓ, ਅਤੇ ਅਸੀਂ ਤੁਹਾਨੂੰ ਰੀਅਲ ਸਟੇਟ ਦੀਆਂ ਜਿਹੜੀ ਤੁਹਾਡੀਆਂ ਨੀਡਸ ਹੈਗੀਆਂ, ਖਾਸ ਕਰਕੇ ਕੋਈ ਇੱਦਾਂ ਦੀ ਸਥਿਤੀ 'ਚ ਫਸ ਗਏ ਹੋ ਤਾਂ ਵੀ ਵਿਲ ਟਰਾਈ ਟੂ ਹੈਲਪ ਯੂ ਬੈਸਟ ਐਂਡ ਗਾਈਡ ਯੂ ਐਟ ਦਾ ਬੈਸਟ ਜਿੰਨਾ ਅਸੀਂ ਕਰ ਸਕਦੇ ਜੀ। ਬਹੁਤ ਬਹੁਤ ਮਿਹਰਬਾਨੀ ਜੀ, ਸ਼ੁਕਰੀਆ। ਮਿਹਰਬਾਨੀ, ਥੈਂਕ ਯੂ। ਦੋਸਤੋ, ਅਸੀਂ ਸਰਦਾਰ ਜਗਮੋਹਨ ਸਿੰਘ ਹੁਣਾਂ ਨਾਲ ਗੱਲਬਾਤ ਕੀਤੀ। ਬਹੁਤ ਸਾਰੇ ਮਸਲੇ ਇਸ ਵੇਲੇ ਇਸ ਕਿਸਮ ਦੇ ਸਾਹਮਣੇ ਆ ਰਹੇ ਆ ਜਿਹਦੇ ਵਿੱਚ ਡਿਸਪਿਊਟ ਹੋ ਰਹੇ ਆ। ਤੁਸੀਂ ਇਹਨਾਂ ਦੇ ਨਾਲ ਕਿਸੇ ਵੇਲੇ ਵੀ ਇੱਥੇ ਸੰਪਰਕ ਕਰ ਸਕਦੇ ਹੋ। ਫੋਨ ਨੰਬਰ ਥੱਲੇ ਆ ਰਿਹਾ ਲਿਟਲ ਇੰਡੀਆ ਪਲਾਜ਼ਾ ਦੇ ਵਿੱਚ, ਪ੍ਰਾਈਮਸ ਲਾਅ ਕਾਰਪੋਰੇਸ਼ਨ। ਜਿਹੜੀ ਖਾਸ ਗੱਲ ਸਾਡੀ ਸਾਰੀ ਗੱਲਬਾਤ ਦੀ ਇਹ ਆ ਕਿ ਜਨਰਲ ਲਾਅ ਇਹਨਾਂ ਨੇ ਦੱਸ ਦਿੱਤਾ ਸਾਨੂੰ ਕਿ ਹੁੰਦਾ ਕੀ ਆ, ਪਰ ਹਰ ਇੱਕ ਕੇਸ ਵੱਖਰਾ ਆ ਅਤੇ ਹਰ ਇੱਕ ਕੇਸ ਦੇ ਹਿਸਾਬ ਨਾਲ ਇਹ ਫਿਰ ਉਹਨੂੰ ਅੱਗਿਓਂ ਗਾਈਡ ਕਰ ਸਕਦੇ ਹੋ। ਇਹਨਾਂ ਨੂੰ ਕਾਲ ਕਰ ਸਕਦੇ ਹੋ, ਟਾਈਮ ਲੈ ਸਕਦੇ ਹੋ। ਕੈਮਰਾਮੈਨ ਨਵਿਤ ਪਨੇਸਰ ਨਾਲ ਜਸਕਰਨ, ਚੈਨਲ ਪੰਜਾਬੀ, ਸਰੀ। ਦੋਸਤੋ, ਅੱਜ ਅਸੀਂ ਇੱਕ ਖਾਸ ਗੱਲਬਾਤ ਕਰਨੀ ਹੈ MLA ਜਗਰੂਪ ਬਰਾੜ ਹੋਣਾ ਦੇ ਨਾਲ। ਮਾਮਲਾ ਫਲੱਡਿੰਗ ਦਾ ਅਤੇ ਕੁਛ ਹੋਰ ਨੈਚੁਰਲ ਡਿਜ਼ਾਸਟਰਸ ਦੇ ਨਾਲ 2021 ਦੇ ਵਿੱਚ ਤਬਾਹੀ ਹੋਈ ਸੀ। ਉਹਦੇ ਬਾਰੇ ਬਹੁਤ ਸਾਰੀਆਂ ਅਪਡੇਟਸ ਆਈਆਂ, ਕਈ ਕੁਛ ਫੰਡਿੰਗ ਅਨਾਊਂਸ ਹੋਈ ਕਿ 5 ਬਿਲੀਅਨ ਦੀ ਫੰਡਿੰਗ ਆਟਵਾ ਨੇ ਦੇਣੀ ਆ। ਉਹਦੇ ਵਿੱਚੋਂ ਇੰਨੇ ਜਿਹੜਾ ਮਿਲੀਅਨ ਹੈਗਾ 870 ਮਿਲੀਅਨ ਉਹ ਮਿਨਿਸਟਰ ਅਨਾਊਂਸ ਕਰਕੇ ਹਟੇ ਆ। ਅਸੀਂ ਜਾਣਨਾ ਚਾਹੁੰਦੇ ਹਾਂ ਕਿ ਜਿਹੜਾ ਉਹ ਫਾਰਮਰਸ ਦਾ ਨੁਕਸਾਨ ਸੀਗਾ ਜਾਂ ਜਿਹੜੇ ਇਹ ਨੈਚੁਰਲ ਸੋਰਸਿਸ ਨੇ ਇਹਨਾਂ ਨੂੰ ਠੀਕ ਠਾਕ ਕਰਨ ਦੇ ਲਈ ਪ੍ਰੋਟੈਕਸ਼ਨ ਦੇ ਲਈ ਕੀ ਕੀਤਾ ਜਾ ਰਿਹਾ ਤਾਂ ਕਿ ਅੱਗਿਓਂ ਇਹ ਫਲੱਡਿੰਗ ਨਾ ਹੋਵੇ, ਤਾਂ ਜਿਹੜਾ ਜੋ ਡੈਮੇਜ ਹੋ ਚੁੱਕਾ ਉਹਦੇ ਲਈ ਕੀ ਕੀਤਾ ਜਾ ਰਿਹਾ, ਅਤੇ ਖਾਸ ਤੌਰ ਦੇ ਉੱਤੇ ਜਿਹੜੇ ਫਾਰਮਰਸ ਦੇ ਮਦਦ ਦੀ ਉਸ ਵੇਲੇ ਗੱਲਬਾਤ ਉਹਨਾਂ ਦੀ ਅਨਾਊਂਸਮੈਂਟਸ ਹੋਈਆਂ ਸੀ ਬਹੁਤ ਸਾਰੀਆਂ, ਉਹਦੇ ਬਾਰੇ ਕੀ ਅਪਡੇਟ ਆ। ਬਰਾੜ ਸਾਹਿਬ ਤੋਂ ਆਪਾਂ ਜਾਣਕਾਰੀ ਲੈਂਦੇ ਹਾਂ। ਬਰਾੜ ਸਾਹਿਬ, ਜਿਹੜੀ ਉਹ ਫਲੱਡਿੰਗ ਦੇ ਨਾਲ ਨੁਕਸਾਨ ਹੋਇਆ ਸੀ ਉਹਦੀਆਂ ਅਨਾਊਂਸਮੈਂਟ ਬਹੁਤ ਸਾਰੀਆਂ ਹੋਈਆਂ ਸੀ, ਹੁਣ ਅਪਡੇਟ ਕੀ ਹੈ ਜੀ ਉਹਦੀ? ਜੀ, ਉਹਦੇ ਵਾਸਤੇ ਜਿਹੜੀ ਇੱਕ ਅਪਡੇਟ ਸੀ ਮੈਂ ਤੁਹਾਨੂੰ ਦੇ ਸਕਦਾ ਕਿ ਉਹ ਜਿਹੜੇ ਫਾਰਮਰਸ ਸੀਗੇ, ਤੁਹਾਨੂੰ ਪਤਾ ਵੀ ਜਿਹੜਾ ਜਿਵੇਂ ਤੁਸੀਂ ਜ਼ਿਕਰ ਕੀਤਾ, ਜਿਹੜਾ BC ਦੇ ਵਿੱਚ ਜਿਹੜੇ ਹੜ੍ਹ ਆਏ ਸੀ ਉਹਨਾਂ ਨੇ ਇੱਕ ਇਤਿਹਾਸਕ ਨੁਕਸਾਨ ਕੀਤਾ ਸੀਗਾ। ਬਹੁਤ ਸਾਰੇ ਜਿਹੜੇ ਫਾਰਮਰ ਸੀਗੇ ਉਹਨਾਂ ਦੀ ਫਸਲਸ ਤਬਾਹ ਹੋ ਗਈਆਂ ਸੀਗੀਆਂ, ਔਰ ਜਿਹੜੇ ਡੇਅਰੀ ਫਾਰਮਰ ਸੀਗੇ ਜਾਂ ਚਿਕਨ ਫਾਰਮਰ ਸੀ ਉਹਦੇ 'ਚ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਪਸ਼ੂ ਅਤੇ ਜਾਨਵਰ ਮਰ ਗਏ ਸੀਗੇ। ਔਰ ਇਸ ਤਰੀਕੇ ਨਾਲ ਜਿਹੜੇ ਸਾਡੇ ਸਾਰੇ ਹਾਈਵੇ ਵੀ ਟੁੱਟ ਗਏ, ਤੁਹਾਨੂੰ ਪਤਾ। ਔਰ ਉਹਦੇ 'ਚ ਇੱਕ ਵਿਸ਼ੇਸ਼ ਪ੍ਰੋਗਰਾਮ ਜਿਹੜਾ ਖਾਸ ਕਰਕੇ ਫਾਰਮਰਸ ਵਾਸਤੇ ਸੀਗਾ, ਉਹ ਕਾਫੀ ਜਿਹੜੀ ਅਸੈਸਮੈਂਟ ਕਰਨ ਤੋਂ ਬਾਅਦ, ਕਾਫੀ ਗੱਲਬਾਤ ਕਰਨ ਤੋਂ ਬਾਅਦ ਜਿਹੜੀ ਇੱਕ ਸੂਬਾ ਸਰਕਾਰ ਅਤੇ ਫੈਡਰਲ ਸਰਕਾਰ ਨੇ ਮਿਲ ਕੇ ਇੱਕ ਪ੍ਰੋਗਰਾਮ ਐਲਾਨ ਕੀਤਾ ਸੀ। ਉਹਨੂੰ ਐਲਾਨ ਕੀਤੇ ਨੂੰ ਹੋ ਗਏ ਕਾਫੀ 6 ਮਹੀਨੇ ਹੋ ਚੁੱਕੇ ਆ। ਉਹ $228 ਮਿਲੀਅਨ ਦੀ ਫੰਡਿੰਗ ਐਲਾਨ ਕੀਤੀ ਗਈ ਸੀ। ਉਹਦਾ ਪਰਪਸ ਜਿਹੜਾ ਸੀਗਾ ਵਿਸ਼ੇਸ਼ ਤੌਰ ਦੇ ਉੱਤੇ ਇਹ ਸੀ ਕਿ ਜਿਹੜੇ ਫਾਰਮਰਸ ਦੀਆਂ ਫਸਲਾਂ ਨੂੰ ਨੁਕਸਾਨ ਹੋਇਆ ਜਾਂ ਡੇਅਰੀ ਫਾਰਮਰ ਦੀਆਂ ਜਿਹੜੀਆਂ ਕਾਊਜ਼ ਮਰ ਚੁੱਕੀਆਂ ਜਾਂ ਚਿਕਨ ਫਾਰਮਰ ਦੇ ਚਿਕਨ ਮਰ ਚੁੱਕੇ ਆ, ਉਹਨਾਂ ਨੂੰ ਵਾਪਸ ਪ੍ਰੋਡਕਸ਼ਨ 'ਤੇ ਲੈ ਕੇ ਆਉਣਾ ਅਤੇ ਜਿਹੜੀ ਸਾਡੀ ਇਹ ਫੂਡ ਇਕੋਨਮੀ ਨੂੰ ਪ੍ਰੋਟੈਕਟ ਕਰਨਾ, ਇਹ ਉਹਦਾ ਮਕਸਦ ਸੀਗਾ। ਉਹਦੇ ਵਿੱਚ ਜਿਹੜੀ ਹੁਣ ਤੱਕ ਦੇ ਅਪਡੇਟ ਮੈਨੂੰ ਮਿਲਿਆ ਲੇਟੈਸਟ, ਉਹਦੇ 'ਚ ਇਹ ਹੈਗਾ ਕਿ 400 ਦੇ ਕਰੀਬ ਐਪਲੀਕੇਸ਼ਨ ਜਿਹੜੀਆਂ ਸਾਡੇ ਕੋਲ ਆ ਚੁੱਕੀਆਂ, ਪਰ ਉਹਦੀਆਂ ਐਪਲੀਕੇਸ਼ਨ ਹਾਲੇ ਖੁੱਲ੍ਹੀਆਂ ਨੇ। ਉਹਦੀ ਜਿਹੜੀ ਡੈਡਲਾਈਨ ਹੈ ਉਹ 31 ਅਗਸਤ ਹੈਗੀ ਹੈ। ਹਾਲੇ ਮਹੀਨੇ ਤੋਂ ਉੱਪਰ ਜਿਹੜਾ ਪਿਆ, ਹੋਰ ਐਪਲੀਕੇਸ਼ਨ ਦਿੱਤੀਆਂ ਜਾ ਸਕਦੀਆਂ। ਸੋ 400 ਐਪਲੀਕੇਸ਼ਨ ਆ ਚੁੱਕੀਆਂ। ਉਹਦੇ ਵਿੱਚ ਬਹੁਤ ਸਾਰੇ ਕੇਸਾਂ ਦਾ ਨਿਪਟਾਰਾ ਵੀ ਹੋ ਚੁੱਕਿਆ। $36 ਮਿਲੀਅਨ ਪੇ ਕੀਤਾ ਜਾ ਚੁੱਕਿਆ, ਔਰ ਉਹ ਲਗਾਤਾਰ ਜਿਹੜਾ ਫਾਰਮਰਸ ਨੂੰ ਜਿਹੜੀ ਮਦਦ ਕੀਤੀ ਜਾ ਰਹੀ ਹੈ ਤਾਂ ਕਿ ਫਾਰਮਰਸ ਨੂੰ ਦੁਬਾਰਾ ਪ੍ਰੋਡਕਸ਼ਨ 'ਤੇ ਲਿਆਂਦਾ ਜਾ ਸਕੇ। ਉਹਦਾ ਮਤਲਬ ਇਹ ਹੈ ਕਿ ਉਹਦੇ 'ਚ ਪ੍ਰੋਡਕਸ਼ਨ 'ਤੇ ਲਿਆਉਣ ਵਾਸਤੇ ਜੋ ਵੀ ਉਹਦੇ 'ਚ ਕਰਨ ਦੀ ਲੋੜ ਪੈਣੀ, ਉਹਦੇ ਵਾਸਤੇ ਅਸੀਂ ਉਹ ਫੰਡਿੰਗ ਦੇਣੀ ਹੈ। ਮਿਸਾਲ ਦੇ ਤੌਰ ਦੇ ਉੱਤੇ ਜੇ ਬੇਰੀ ਦੀ ਫਸਲ ਹੈਗੀ ਆ ਤਾਂ ਉਹਦੇ 'ਚ ਜੇ ਬੂਟੇ ਸਾਰੇ ਮਰ ਗਏ, ਉਹ ਬੂਟੇ ਦੇਣੇ, ਜਾਂ ਉਹ ਫਸਲ ਦੇ ਵਿੱਚ ਕੋਈ ਕੰਟੈਮੀਨੇਸ਼ਨ ਹੋਈ ਹੈ ਉਹਨੂੰ ਸਾਫ਼ ਕਰਨਾ ਵਗੈਰਾ 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 ਉਹ ਹੈਗਾ। ਜੇ ਕੋਈ ਡੇਅਰੀ ਫਾਰਮ ਹੈਗਾ, ਉਹਦੀਆਂ ਗਊਆਂ ਮਰ ਗਈਆਂ ਤਾਂ ਉਹਦੀ ਜਿਹੜੀ ਉਸ ਤਰ੍ਹਾਂ ਗਊਆਂ ਦੀ ਕੀਮਤ ਦੇਣੀ, ਜਾਂ ਚਿਕਨ ਫਾਰਮਰ ਹੈਗੇ ਉਹਨੂੰ ਚਿਕਨ ਦੀ ਉਹ ਮਦਦ ਕਰਨੀ, ਜਾਂ ਉਹਨਾਂ ਦਾ ਜਿਹੜਾ ਫੀਡ ਵਗੈਰਾ ਉਹਦਾ ਪ੍ਰਬੰਧ ਕਰਨਾ, ਇਹ ਸਾਰਾ ਕੁਛ ਉਹਦੇ ਵਿੱਚ ਜਿਹੜਾ ਹੈਗਾ ਸੰਬੰਧਿਤ। ਸੋ ਉਹਦੇ 'ਚ 400 ਐਪਲੀਕੇਸ਼ਨ ਆ ਚੁੱਕੀਆਂ। 31 ਅਗਸਤ ਤੱਕ ਹਲੇ ਡੇਟ ਖੁੱਲ੍ਹੀ ਹੈ, ਔਰ $36 ਮਿਲੀਅਨ ਪੇ ਕੀਤਾ ਜਾ ਚੁੱਕਿਆ ਹੈ।
ਤੇ ਇਹਦੇ ਵਿੱਚ ਬਹੁਤ ਸਾਰੇ ਮਾਮਲੇ ਉਦੋਂ ਇੰਸ਼ੋਰੈਂਸ ਨਾਲ ਸੰਬੰਧਿਤ ਵੀ ਸੀਗੇ, ਵੀ ਨਿੱਜੀ ਤੌਰ ਦੇ ਉੱਤੇ ਕਿਸਾਨਾਂ ਨੇ ਕੁਝ ਇੰਸ਼ੋਰੈਂਸ ਲੈਣੇ ਸੀਗੇ। ਇਹਦਾ ਉਹ ਜਿਹੜੀ ਕਵਰੇਜ ਆ ਉਹਨੂੰ ਵੀ ਕਿਸੇ ਤਰ੍ਹਾਂ ਕੰਪਨਸੇਟ ਕੀਤਾ ਜਾ ਰਿਹਾ, ਜਾਂ ਇਹਦਾ ਬੇਸਿਕਲੀ ਮਕਸਦ ਕੀ ਹੈ? ਜਿਹੜੀ ਇੰਸ਼ੋਰੈਂਸ ਹੈ ਨਾ ਜੀ, ਜਿੱਥੇ ਇੰਸ਼ੋਰੈਂਸ ਹੈਗੀ ਹੈ ਉੱਥੇ ਅਸੀਂ ਪਹਿਲਾਂ ਕਵਰ ਨਹੀਂ ਕਰਨਾ। ਇਹ ਬਹੁਤਾ ਕੁਝ ਜਿਹੜਾ ਵੈਸੇ ਅਨਇੰਸ਼ੋਰਡ, ਇਹ ਕਿਉਂਕਿ ਲੋ ਲਾਈਂਗ ਏਰੀਆ ਦੇ ਵਿੱਚ ਹੈ। ਬੇਸਿਕਲੀ ਪਹਿਲਾਂ ਲੇਕ ਹੁੰਦੀ ਸੀ ਜਿਹਨੂੰ ਹੌਲੀ ਕਰਕੇ ਮਨੁੱਖ ਨੇ ਵਸਾ ਲਿਆ, ਅਤੇ ਇਹਦੇ 'ਚ ਜਿਹੜੀਆਂ ਇੰਸ਼ੋਰੈਂਸ ਕੰਪਨੀਆਂ, ਤੁਹਾਨੂੰ ਪਤਾ ਬਿਜ਼ਨਸ ਆ, ਉਹ ਆਪਣੀ ਇਨਵੈਸਟਮੈਂਟ ਉੱਥੇ ਨਹੀਂ ਕਰਦੀਆਂ ਜਿੱਥੇ ਉਹਨਾਂ ਨੂੰ ਪਤਾ ਵੀ ਸਾਡੇ ਪੈਸੇ ਡੁੱਬ ਸਕਦੇ ਆ। ਸੋ ਇਸ ਕਰਕੇ ਇਹਦੇ 'ਚ ਬਹੁਤਾ ਕੁਛ ਜਿਹਦੇ 'ਚ ਫਸਲਾਂ ਵੀ ਆਉਂਦੀਆਂ ਔਰ ਜਿਹੜਾ ਹੈਗਾ ਘਰ ਵੀ ਆਉਂਦੇ ਆ, ਅਨਇੰਸ਼ੋਰਡ ਜਿਹੜਾ ਹੈਗਾ। ਜਿੱਥੇ ਇੰਸ਼ੋਰੈਂਸ ਹੈ ਉੱਥੇ ਅਸੀਂ ਕਹਿੰਦੇ ਵੀ ਪਹਿਲਾਂ ਇੰਸ਼ੋਰੈਂਸ ਤੋਂ ਪੈਸੇ ਜਿਹੜੇ ਹੈਗੇ ਲਓ, ਕਿਉਂਕਿ ਇੰਸ਼ੋਰੈਂਸ ਤੁਸੀਂ ਕੀਤੀ ਹੋਈ ਹੈ ਉਹਦੇ ਵਿੱਚ। ਹਾਂ, ਇਹ ਜ਼ਰੂਰ ਮੈਂ ਕਹਿਣਾ ਚਾਹੁੰਦਾ ਕਿ ਇੱਕ BC ਸਰਕਾਰ ਦੇ ਵੱਲੋਂ ਜਿਹੜੀ ਫਸਲ ਦੀ ਇੰਸ਼ੋਰੈਂਸ ਦਾ ਪ੍ਰਬੰਧ ਕੀਤਾ ਗਿਆ, ਬੜੀ ਚੀਪ ਆ, ਬਹੁਤ ਸਸਤੀ ਹੈ। ਜੇ ਮੈਂ ਗਲਤ ਨਾ ਹੋਵਾਂ ਤਾਂ ਉਹ ਮੇਰੇ ਖਿਆਲ ਦੇ ਵਿੱਚ ਕਿ ਤੁਸੀਂ $1000 ਦੇ ਕੇ ਜਿਹੜੀ ਜੇ ਇੰਸ਼ੋਰੈਂਸ ਕਰਾਉਂਦੇ ਹੋ ਤਾਂ ਤੁਹਾਨੂੰ ਜੋ ਕੋਈ ਇਸ ਤਰ੍ਹਾਂ ਦਾ ਨੁਕਸਾਨ ਹੁੰਦਾ ਜਿਵੇਂ ਹੋਇਆ ਉਦੋਂ ਹੜ੍ਹ ਦੇ ਨਾਲ ਫਸਲ ਮਰ ਜਾਂਦੀ ਹੈ, ਤੁਹਾਨੂੰ $2.5 ਲੱਖ ਉਹਦੀ ਕੰਪਨਸੇਸ਼ਨ ਮਿਲ ਸਕਦੀ ਹੈ। ਅਤੇ ਉਹ ਵੀ ਇੰਸ਼ੋਰੈਂਸ ਬੜੀ ਲੋ ਲੈਵਲ 'ਤੇ ਹੋਈ ਹੈ, ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਕੋਈ ਇਸ ਤਰ੍ਹਾਂ ਦੀ ਘਟਨਾ ਵਾਪਰੀ ਨਹੀਂ, ਫਿਰ ਬੰਦਾ ਥੋੜ੍ਹਾ ਬੇਸਰਾ ਹੋ ਜਾਂਦਾ। ਉਹ ਇੰਸ਼ੋਰੈਂਸ ਹੈਗੀ, ਪਰ ਮੋਟੇ ਤੌਰ ਦੇ ਉੱਤੇ ਜਿਹੜੀ ਇਹ ਫੰਡਿੰਗ ਅਸੀਂ ਦੇ ਰਹੇ ਹਾਂ ਉਹ ਉੱਥੇ ਦੇ ਰਹੇ ਹਾਂ ਜਿੱਥੇ ਇੰਸ਼ੋਰੈਂਸ ਨਹੀਂ ਹੈ। ਤੇ ਬਰਾੜ ਸਾਹਿਬ, ਮਾਮਲਾ ਕਲਾਈਮੇਟ ਚੇਂਜ ਦਾ ਬਹੁਤ ਵੱਡਾ ਆ, ਦੁਨੀਆ ਭਰ ਦੇ ਵਿੱਚ ਇਹਦੇ ਬਾਰੇ ਗੱਲ ਹੁੰਦੀ ਆ। ਇੱਥੇ ਵੀ ਕੁਝ ਇਸ ਗੱਲ ਲਈ ਵੀ ਯਤਨ ਕੀਤੇ ਜਾ ਰਹੇ ਵੀ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਡਿਜ਼ਾਸਟਰਸ ਨੇ ਇਹ ਦੁਬਾਰਾ ਨਾ ਹੋਣ, ਕੁਝ ਕੀਤਾ ਜਾ ਸਕਦਾ ਫੌਰੀ ਤੌਰ 'ਤੇ? ਜੀ, ਜਿਹੜੇ ਮਾਹਰ ਨੇ ਉਹ ਆਪਾਂ ਨੂੰ ਵੈਸੇ ਬੜੇ ਚਿਰ ਦੇ ਕਹਿੰਦੇ ਆ ਰਹੇ, ਬਹੁਤ ਚਿਰ ਹੋ ਗਿਆ। ਪਹਿਲਾਂ ਜਿਹੜੀ ਮਨੁੱਖ ਨੇ ਇਹ ਗੱਲ ਉਹਨਾਂ ਦੀ ਨਹੀਂ ਸੁਣੀ। ਮਾਹਰ ਇਹ ਕਹਿ ਰਿਹਾ ਕਿ ਜਿਹੜਾ ਕਲਾਈਮੇਟ ਚੇਂਜ ਹੈ, ਜਿਹਨੂੰ ਅਸੀਂ ਪੰਜਾਬੀ 'ਚ ਵਾਤਾਵਰਨ ਤਬਦੀਲੀ ਕਹਿ ਸਕਦੇ ਹਾਂ, ਕਿ ਉਹ ਬੜੀ ਹੋ ਚੁੱਕੀ ਹੈ ਔਰ ਬੜੀ ਤੇਜ਼ੀ ਦੇ ਨਾਲ ਹੋ ਰਹੀ ਹੈ। ਔਰ ਉਹਦੇ ਨਾਲ ਜਿਹੜੇ ਆਉਣ ਵਾਲੇ ਸਮੇਂ 'ਚ ਜਿਹੜੀਆਂ ਕੁਦਰਤੀ ਆਫਤਾਂ ਪਹਿਲਾਂ ਆਉਂਦੀਆਂ ਸੀਗੀਆਂ, ਕੋਈ ਹੜ੍ਹ ਆ ਗਿਆ, ਭੂਚਾਲ ਆ ਗਿਆ, ਜਾਂ ਇਸ ਤਰ੍ਹਾਂ ਦੀਆਂ ਕੋਈ ਹੋਰ ਗੱਲਾਂ, ਉਹਨਾਂ ਦੀ ਜਿਹੜੀ ਇੱਕ ਤਾਂ ਪੱਧਰ ਹੈ ਉਹ ਬਹੁਤ ਵੱਧ ਚੁੱਕਿਆ, ਇੱਕ ਉਹਨਾਂ ਦੀ ਫਰੀਕੁਐਂਸੀ ਬਹੁਤ ਵੱਧ ਚੁੱਕੀ ਹੈ। ਇਸ ਕਰਕੇ ਸਾਨੂੰ ਜਿਹੜਾ ਉਹਦੇ ਵਾਸਤੇ ਵੱਡੀ ਤਿਆਰੀ ਕਰਨੀ ਪੈਣੀ ਹੈ। ਜੋ ਸਾਡਾ ਪੁਰਾਣਾ ਇਨਫਰਾਸਟਰਕਚਰ ਸੀਗਾ ਉਹ ਜਿਹੜੇ ਹੁਣ ਉਸ ਕਲਾਈਮੇਟ ਚੇਂਜ ਕਰਕੇ ਜਿੰਨੀ ਵੱਡੇ ਹੜ੍ਹ ਆਉਂਦੇ ਆ ਉਹਨੂੰ ਸਹਾਰ ਨਹੀਂ ਸਕਦਾ। ਸੋ ਇਸ ਕਰਕੇ ਜਿਹੜੀ ਸੂਬਾ ਸਰਕਾਰ ਨੇ ਇੱਕ ਨਵਾਂ ਪ੍ਰੋਗਰਾਮ ਜਿਹੜਾ ਐਲਾਨਿਆ, ਉਹਦੇ ਵਿੱਚ ਮੋਟੇ ਤੌਰ ਦੇ ਉੱਤੇ ਕੀ ਹੈਗਾ ਕਿ ਜਿਹੜੇ ਆਪਣਾ ਹੜ੍ਹਾਂ ਨਾਲ ਸੰਬੰਧਿਤ ਇਨਫਰਾਸਟਰਕਚਰ ਜਿਹੜਾ ਹੈਗਾ, ਕੁਛ ਤਾਂ ਹਿਊਮਨ ਮੇਡ ਜਿਹੜਾ ਇਨਫਰਾਸਟਰਕਚਰ ਹੈਗਾ, ਕੁਛ ਕੁਦਰਤੀ ਹੁੰਦਾ, ਕਿਉਂਕਿ ਕੁਦਰਤ ਨੇ ਆਪਣੇ ਆਪ ਦਾ ਸਿਸਟਮ ਬਣਾਇਆ ਹੋਇਆ, ਨਦੀਆਂ ਨੇ ਜਾਂ ਸਾਰਾ ਕੁਛ ਆ, ਪਾਣੀ ਰੁੜ ਕੇ ਜਾਂਦਾ। ਸੋ ਇਹ ਜਿਹੜੀ ਫੰਡਿੰਗ ਹੈਗੀ ਹੈ ਉਹ ਉਹਦੇ ਵਾਸਤੇ ਜਿਹੜੀ $82 ਮਿਲੀਅਨ ਫੰਡਿੰਗ ਹੈਗੀ ਹੈ, ਇਹ ਸੂਬਾ ਸਰਕਾਰ ਵੱਲੋਂ ਅਤੇ ਫੈਡਰਲ ਸਰਕਾਰ ਵੱਲੋਂ ਰਲ ਕੇ ਦਿੱਤੀ ਗਈ ਹੈ ਆਪਣੇ ਇਸ ਏਰੀਏ ਨੂੰ ਤਿਆਰ ਕਰਨ ਵਾਸਤੇ, ਜਿਹਦੇ ਵਿੱਚ ਮੋਟੇ ਤੌਰ ਦੇ ਉੱਤੇ ਇਹਦੇ 'ਚ ਜਿਹੜੇ ਪ੍ਰੋਜੈਕਟ ਪਾਸ ਹੋਣੇ ਉਹ ਹੈਗੇ ਕਿ ਨਦੀ ਪਈ ਹੈ, ਉਹਦੇ 'ਚ ਜਿਹੜਾ ਗਾਰਾ ਜੰਮਿਆ ਹੋਇਆ, ਰੇਤਾ ਜੰਮਿਆ ਹੋਇਆ, ਉਹਨੂੰ ਸਾਫ਼ ਕਰਨਾ ਮੁਕੰਮਲ ਤੌਰ ਦੇ ਉੱਤੇ ਤਾਂ ਕਿ ਪਾਣੀ ਉਹਦੇ ਵਿੱਚ ਵਹਿ ਸਕੇ। ਇਸੇ ਤਰੀਕੇ ਨਾਲ ਬਹੁਤ ਸਾਰੇ ਤੇ ਡਾਈਕ ਬਣੇ ਹੋਏ ਨੇ, ਜਿਹਨੂੰ ਅਸੀਂ ਬੰਨ੍ਹ ਕਹਿ ਦਿੰਦੇ ਹਾਂ, ਬੰਨ੍ਹ ਲੱਗੇ ਹੋਏ ਨੇ, ਉਹ ਬੰਨ੍ਹ ਨੂੰ ਜਿਹੜਾ ਮਜ਼ਬੂਤ ਕੀਤਾ ਜਾ ਸਕੇ, ਉੱਚਾ ਕੀਤਾ ਜਾ ਸਕੇ, ਵਗੈਰਾ ਉਹ ਇਹਦੇ ਵਿੱਚ ਸ਼ਾਮਲ ਨੇਗੇ। ਇਸੇ ਤਰੀਕੇ ਨਾਲ ਉੱਥੇ ਬਹੁਤ ਸਾਰੇ ਥਾਵਾਂ ਦੇ ਉੱਤੇ ਜਿਹੜੇ ਪੰਪਿੰਗ ਸਟੇਸ਼ਨ ਨੇ, ਕਿ ਜੇ ਪਾਣੀ ਬਹੁਤ ਸਾਰਾ ਵੱਡੇ ਥਾਂ 'ਤੇ ਜਮ੍ਹਾਂ ਹੋ ਜਾਂਦਾ, ਫਿਰ ਪਾਣੀ ਉਹ ਚੱਕ ਕੇ ਪੰਪਿੰਗ ਸਟੇਸ਼ਨ ਰਾਹੀਂ ਉਹ ਦਰਿਆ ਦੇ ਵਿੱਚ ਸੁੱਟਿਆ ਜਾਂਦਾ। ਉਹ ਪੰਪਿੰਗ ਸਟੇਸ਼ਨ ਵੀ ਪਿਛਲੇ ਵਾਰੀ ਕਾਫੀ ਪਾਣੀ ਦੇ ਵਿੱਚ ਘਿਰ ਗਏ ਸੀਗੇ, ਉਹਨਾਂ ਨੂੰ ਵੱਡਾ ਕਰਨਾ, ਮਜ਼ਬੂਤ ਕਰਨਾ ਅਤੇ ਉਹਨਾਂ ਦੇ ਆਲੇ ਦੁਆਲੇ ਜਿਹੜਾ ਹੈਗਾ ਪ੍ਰੋਟੈਕਸ਼ਨ ਪੈਦਾ ਕਰਨੀ, ਉਹਦੇ ਵਿੱਚ ਸ਼ਾਮਲ ਹੈਗਾ। ਜਾਂ ਦਰਿਆ ਦਾ ਪਾਣੀ ਜੇ ਚੜ੍ਹ ਜਾਂਦਾ, ਉਹ ਕਈ ਥਾਵਾਂ ਦੇ ਉੱਤੇ ਉਹ ਵੀ ਜਾ ਕੇ ਨੁਕਸਾਨ ਕਰ ਸਕਦਾ, ਉਹਨੂੰ ਜਿਹੜਾ ਹੈਗਾ ਪ੍ਰੋਪਰ ਤਰੀਕੇ ਨਾਲ ਦੁਬਾਰਾ ਜਿਹੜਾ ਹੈਗਾ ਬੰਨ੍ਹ ਉੱਚਾ ਕਰਨਾ। ਇਸ ਤਰ੍ਹਾਂ ਦੇ ਪ੍ਰੋਜੈਕਟ ਇਹਦੇ ਵਿੱਚ ਹੈਗੇ ਆ। ਜਿਹੜੀ ਇਹ ਫੰਡਿੰਗ $82 ਬਿਲੀਅਨ ਦਿੱਤੀ ਜਾ ਰਹੀ ਹੈ ਸੂਬਾ ਸਰਕਾਰ ਵੱਲੋਂ ਅਤੇ ਫੈਡਰਲ ਸਰਕਾਰ ਵੱਲੋਂ, ਇਹ ਸਿਰਫ ਐਂਡ ਸਿਰਫ ਲੋਕਲ ਸਰਕਾਰਾਂ ਅਤੇ ਜਿਹੜੀਆਂ ਸਾਡੀਆਂ ਫਸਟ ਨੇਸ਼ਨ ਅਥਾਰਟੀ ਹੈ ਉਹਨਾਂ ਵਾਸਤੇ ਹੈ, ਤਾਂ ਕਿ ਉਹ ਜਿਹੜੇ ਆਪਣੇ ਇਲਾਕੇ ਦੇ ਵਿੱਚ ਆਪਣੇ ਲੋਕਾਂ ਵਾਸਤੇ ਪ੍ਰੋਜੈਕਟ ਬਣਾ ਸਕਣ। ਇਹਦੇ ਵਿੱਚ ਮੈਕਸੀਮਮ ਜਿਹੜੀ ਐਪਲੀਕੇਸ਼ਨ ਦਿੱਤੀ ਜਾ ਸਕਦੀ ਹੈ ਉਹ $10 ਮਿਲੀਅਨ ਦੀ ਹੋ ਸਕਦੀ ਹੈ ਪ੍ਰੋਜੈਕਟ ਕੋਈ ਵੀ। ਇਹਦੀ ਡੈਡਲਾਈਨ ਹੈਗੀ ਹੈ ਜਿਹੜੀ 31 ਜਾਂ 21 ਅਗਸਤ, ਜਿਹੜੀ ਹਾਲੇ ਤੱਕ ਐਪਲੀਕੇਸ਼ਨ ਜਿਹੜੀਆਂ ਉਦੋਂ ਤੱਕ ਲਈਆਂ ਜਾਣਗੀਆਂ ਔਰ ਜਿਹੜੀਆਂ ਉਹਦੇ 'ਚ ਐਪਲੀਕੇਸ਼ਨਾਂ ਉਹ ਦੇ ਸਕਦੇ ਜਿਹੜੇ ਲੋਕਲ ਸਰਕਾਰਾਂ ਨੇ ਜਾਂ ਜਿਹੜੀ ਫਸਟ ਨੇਸ਼ਨ ਹੈਗੀਆਂ। ਸੋ ਇਹ ਬੇਸਿਕਲੀ ਜਿਹੜੀ ਫੰਡਿੰਗ ਹੈਗੀ ਹੈ ਇਹ ਲੋਕਾਂ ਨੂੰ ਸੇਫ ਬਣਾਉਣ ਵਾਸਤੇ, ਜਿਹੜਾ ਸਾਡਾ ਕੁਦਰਤੀ ਬਣਿਆ ਹੋਇਆ ਜਿਹੜਾ ਇਨਫਰਾਸਟਰਕਚਰ ਹੈ ਉਹਨੂੰ ਸਾਫ਼ ਕਰਨ ਵਾਸਤੇ, ਜਾਂ ਜਿਹੜਾ ਹਿਊਮਨ ਮੇਡ ਬਣਿਆ ਹੋਇਆ ਉਹਨੂੰ ਮਜ਼ਬੂਤ ਕਰਨ ਵਾਸਤੇ ਇਹ ਫੰਡਿੰਗ ਹੈਗੀ, ਤਾਂ ਕਿ ਸੂਬੇ ਨੂੰ ਫਿਊਚਰ ਵਾਸਤੇ ਜਿਹੜੀਆਂ ਕਲਾਈਮੇਟ ਰਾਹੀਂ ਚੇਂਜ ਰਾਹੀਂ ਹੋ ਰਹੀਆਂ ਵੱਡੀਆਂ ਜਿਹੜੀਆਂ ਕੁਦਰਤੀ ਆਫਤਾਂ ਆ ਰਹੀਆਂ ਉਹਦੇ ਤੋਂ ਬਚਾਇਆ ਜਾ ਸਕੇ। ਜੀ ਬਰਾੜ ਸਾਹਿਬ, ਇਹ ਬਹੁਤ ਵਧੀਆ ਗੱਲ ਆ ਵੀ ਜਿਹੜਾ ਇੱਕ ਤਾਂ ਜੋ ਕੁਛ ਨੁਕਸਾਨ ਹੋਇਆ ਉਹਨੂੰ ਪੂਰਾ ਕੀਤਾ ਜਾ ਰਿਹਾ, ਦੂਜਾ ਇੱਥੇ ਨਾ ਜਿਹੜੀਆਂ ਇਸ ਤਰ੍ਹਾਂ ਦੀਆਂ ਆਫਤਾਂ ਆਉਣ ਉਹਨੂੰ ਠੀਕ ਕੀਤਾ ਜਾ ਰਿਹਾ। ਆਖਰੀ ਸਵਾਲ ਇਹ ਆ ਕਿ ਫੈਡਰਲ ਸਰਕਾਰ ਦੀਆਂ ਕੁਛ ਪਾਲਿਸੀਜ਼ ਨੇ ਵਾਤਾਵਰਨ ਨੂੰ ਲੈ ਕੇ, ਕਾਰਬਨ ਐਮਿਸ਼ਨ ਆ ਚਾਹੇ ਕਾਰਬਨ ਟੈਕਸ ਆ, ਸੰਤੁਸ਼ਟ ਹੋ, ਉਹਨਾਂ ਨਾਲ ਸਹਿਮਤ ਹੋ, ਜੋ ਕਰ ਰਹੇ ਵਾਤਾਵਰਨ ਨੂੰ ਠੀਕ ਕਰਨ ਲਈ ਠੀਕ ਆ, ਜਾਂ ਹੋਰ ਕੁਛ ਕਰਨਾ ਚਾਹੀਦਾ ਉਹਨਾਂ ਨੂੰ?
ਦੇਖੋ ਜੀ, ਜਿਹੜੇ ਕਲਾਈਮੇਟ ਚੇਂਜ ਹੈ ਇਹ ਇਸ ਵੇਲੇ ਜੇ ਮੈਂ ਕਹਿ ਦਿਆਂ ਵੀ ਪੋਲੀਟੀਕਲੀ ਜਿਹੜਾ ਇਹਨਾਂ ਮੁਲਕਾਂ ਦੇ ਵਿੱਚ, ਬਲਕਿ ਇਹਨਾਂ ਮੁਲਕਾਂ 'ਚ ਨਹੀਂ ਬਲਕਿ ਬਹੁਤ ਸਾਰੇ ਜਿਹੜੇ ਜਿਨ੍ਹਾਂ ਨੂੰ ਅਸੀਂ ਐਡਵਾਂਸ ਮੁਲਕ ਕਹਿ ਸਕਦੇ, ਡਿਵੈਲਪ ਹੋਏ ਮੁਲਕ ਨੇਗੇ ਈਵਨ ਧਰਤੀ ਦੇ ਉੱਤੇ, ਇਸ ਵੇਲੇ ਜਿਹੜੀ ਸਭ ਤੋਂ ਵੱਡੀ ਪਬਲਿਕ ਪਾਲਿਸੀ ਨਾਲ ਅਸੀਂ ਡੀਲ ਕਰ ਰਹੇ ਹਾਂ ਤਾਂ ਉਹ ਕਲਾਈਮੇਟ ਚੇਂਜ ਹੈ। ਇਹ 'ਚ ਕੋਈ ਸ਼ੱਕ ਨਹੀਂ, ਕਲਾਈਮੇਟ ਚੇਂਜ ਹੈ। BC ਦੇ ਵਿੱਚ ਵੀ ਅਸੀਂ ਕਰ ਰਹੇ ਹਾਂ ਕਲਾਈਮੇਟ ਚੇਂਜ ਨੂੰ ਵੱਡੇ ਪੱਧਰ ਦੇ ਉੱਤੇ, ਕਿਉਂਕਿ ਸਾਡੀ ਜਿਹੜੀ ਫਿਊਚਰ ਹੈ, ਜੇ ਤੁਸੀਂ 20 ਸਾਲ ਦੇ ਬੱਚੇ ਨਾਲ ਗੱਲ ਕਰੋ ਉਹ ਤੁਹਾਨੂੰ ਕਹੂਗਾ ਵੀ ਇਹੀ ਪਾਲਿਸੀ ਹੈ ਇਕੱਲੀ ਜਿਹਨੂੰ ਤੁਹਾਨੂੰ ਫਿਕਸ ਕਰਨਾ ਚਾਹੀਦਾ, ਕਿਉਂਕਿ ਫਿਊਚਰ ਜਨਰੇਸ਼ਨ ਦੀ ਜ਼ਿੰਦਗੀ ਇਹਦੇ ਨਾਲ ਜੁੜੀ ਹੋਈ ਹੈ। ਇਸ ਕਰਕੇ ਜਿਹੜਾ ਕਲਾਈਮੇਟ ਚੇਂਜ ਬਹੁਤ ਵੱਡੀ ਪਾਲਿਸੀ, ਉਹਦੇ ਪ੍ਰਤੀ ਜਿਹੜਾ ਰਿਸਪੌਂਸ ਹੈਗਾ, ਇੱਕ ਨਵੀਂ ਆਫਤ ਸਾਡੇ ਸਾਹਮਣੇ ਆਈ ਹੈ। ਬੜੇ ਕਿਸਮ ਦੇ ਨਵੀਆਂ ਪਾਲਿਸੀਆਂ ਮਿਲ ਕੇ ਸਾਹਮਣੇ ਆਉਂਦੀਆਂ, ਪਰ ਜੋ ਵੀ ਅਸੀਂ ਲਾਗੂ ਕਰਦੇ ਹਾਂ, ਜੋ ਵੀ ਫੈਡਰਲ ਸਰਕਾਰ ਲਾਗੂ ਕਰਦੀ ਹੈ, ਇਹ ਜਿਹੜੀ ਗਲੋਬਲ ਨੌਲੇਜ ਹੈਗੀ ਹੈ, ਜੋ ਵੀ ਅਵੇਲੇਬਲ ਹੈਗੀ ਹੈ, ਗਲੋਬਲ ਮਾਹਰਾਂ ਦੀ ਜਿਹੜੀ ਨੌਲੇਜ ਅਵੇਲੇਬਲ ਹੈਗੀ, ਉਹਦੇ ਮੁਤਾਬਕ ਉਹਨੂੰ ਦੇਖ ਕੇ ਹੀ ਪਾਲਿਸੀਆਂ ਅਡਾਪਟ ਕੀਤੀਆਂ ਜਾਂਦੀਆਂ। ਹਾਂ, ਕੁਝ ਪਾਲਿਸੀਆਂ ਹੋ ਸਕਦੀਆਂ ਜਿਹੜੀਆਂ ਸਾਨੂੰ ਫਿਊਚਰ ਦੇ ਵਿੱਚ ਜਿਹੜੀਆਂ ਦੁਬਾਰਾ ਫਿਕਸ ਕਰਨੀਆਂ ਪੈਣ। ਕੋਈ ਵੀ ਪਾਲਿਸੀ, ਮੈਂ ਹਮੇਸ਼ਾ ਕਹਿੰਦਾ ਹੁੰਦਾ, ਕੋਈ ਵੀ ਪਾਲਿਸੀ, ਕੋਈ ਲਾ ਪਰਫੈਕਟ ਨਹੀਂ ਹੋ ਸਕਦਾ, ਉਹਨੂੰ ਤੁਹਾਨੂੰ ਵਾਪਸ ਆ ਕੇ ਅਮੈਂਡ ਕਰਨਾ ਪੈਂਦਾ, ਚੇਂਜ ਕਰਨਾ ਪੈਂਦਾ, ਤਾਂ ਉਹਦੇ ਵਿੱਚ ਤਬਦੀਲੀਆਂ ਕੀਤੀਆਂ ਜਾ ਸਕਦੀਆਂ। ਪਰ ਇਹ ਐਕਸ਼ਨ ਲੈਣੇ ਬਹੁਤ ਜ਼ਰੂਰੀ ਹੈ ਇਸ ਸਮੇਂ। ਮਿਸਾਲ ਦੇ ਤੌਰ ਦੇ ਉੱਤੇ ਅਸੀਂ BC ਦੇ ਵਿੱਚ ਜਿਹੜੀ ਕਲੀਨ BC ਅਸੀਂ ਪਲਾਨ ਬਣਾਈ ਹੋਈ ਹੈ, ਜਿਹੜੀ BC ਦੇ ਵਿੱਚ ਅਸੀਂ ਕੀ ਕਰ ਸਕਦੇ ਹਾਂ, ਉਹ 'ਚ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਕਿ ਇੱਕ ਪਲਾਨ ਜਿਹੜੀ ਹੈਗੀ ਹੈ, ਜਿਹੜੀ ਇਲੈਕਟ੍ਰਿਕ ਵਹੀਕਲ ਬਾਰੇ ਹੈ। ਅਸੀਂ ਪਹਿਲਾ ਜੁਰਿਸਡਿਕਸ਼ਨ ਸੀ ਨਾਰਥ ਅਮਰੀਕਾ ਦੇ ਵਿੱਚ ਜਿਹੜੀ ਰਿਬੇਟ ਦਿੱਤੀ, ਜਿਹੜਾ ਕੋਈ ਬੰਦਾ ਇਲੈਕਟ੍ਰਿਕ ਵਹੀਕਲ ਲੈਂਦਾ ਉਹਨੂੰ $5,000 ਦਿੱਤੀ। ਮੁੜ ਕੇ ਸਾਡੀ ਫੈਡਰਲ ਸਰਕਾਰ ਨੇ ਵੀ ਦਿੱਤੀ, ਤਾਂ ਉਹ $10,000 ਰਿਬੇਟ ਹੋ ਗਈ। ਇਸ ਵੇਲੇ BC ਦੇ ਵਿੱਚ ਟੋਟਲ ਨਾਰਥ ਅਮਰੀਕਾ ਦੇ ਵਿੱਚੋਂ ਹਾਈਐਸਟ ਨੰਬਰ ਜਿਹੜੀਆਂ ਇਲੈਕਟ੍ਰਿਕ ਕਾਰਾਂ ਨੇ, 13% ਕਾਰਾਂ BC ਦੇ ਵਿੱਚ ਜਿਹੜੀਆਂ ਇਸ ਵੇਲੇ ਇਲੈਕਟ੍ਰਿਕ ਕਾਰਾਂ ਨੇਗੀਆਂ, ਅਤੇ ਸਾਡਾ ਟੀਚਾ 12% ਦਾ ਸੀਗਾ, ਅਸੀਂ ਉੱਪਰ ਲੰਘ ਚੁੱਕੇ ਹਾਂ। ਜੇ ਅਸੀਂ ਉਹਨੂੰ ਹੋਰ ਜਿਹੜਾ ਇਨਸੈਂਟਿਵ ਕਰਾਂਗੇ ਤਾਂ ਹੋਰ ਵੀ ਜਿਹੜੀਆਂ ਕਾਰਾਂ ਹੋ ਸਕਦੀਆਂ, ਜਿਹਦੇ ਨਾਲ ਜਿਹੜਾ ਸਾਡਾ ਜਿਹੜਾ ਕਲਾਈਮੇਟ ਆ ਸਾਫ਼ ਹੋ ਸਕਦਾ, ਪੋਲੂਸ਼ਨ ਘੱਟ ਹੋ ਸਕਦੀ ਹੈ। ਬਹੁਤ ਬਹੁਤ ਮਿਹਰਬਾਨੀ ਜੀ, ਸ਼ੁਕਰੀਆ। ਬਹੁਤ ਸ਼ੁਕਰੀਆ ਜੀ, ਬਹੁਤ ਮਿਹਰਬਾਨੀ ਮੈਨੂੰ ਮੌਕਾ ਦੇਣ ਵਾਸਤੇ। ਦੋਸਤੋ, ਅਸੀਂ ਬਰਾੜ ਸਾਹਿਬ ਨਾਲ ਗੱਲਬਾਤ ਕੀਤੀ ਹੈ। ਕਾਫੀ ਸਾਰੇ ਸਵਾਲ ਸੀ ਲੋਕਾਂ ਦੇ ਕਿ ਜਿਹੜੀ ਉਹ ਫਲੱਡਿੰਗ ਦੇ ਨਾਲ ਨੁਕਸਾਨ ਹੋਇਆ ਸੀ, ਹੋਰ ਨੈਚੁਰਲ ਡਿਜ਼ਾਸਟਰਸ ਦੇ ਨਾਲ ਨੁਕਸਾਨ ਹੋਇਆ ਸੀ, ਉਹਦੇ ਲਈ ਐਲਾਨ ਹੋਏ ਸੀ, ਕੀਤਾ ਕੀ ਜਾ ਰਿਹਾ। ਅਸੀਂ ਅੱਜ ਬਰਾੜ ਸਾਹਿਬ ਦੇ ਨਾਲ ਗੱਲਬਾਤ ਕੀਤੀ ਹੈ ਅਤੇ ਤੁਹਾਡੇ ਤੱਕ ਜਾਣਕਾਰੀ ਪਹੁੰਚਾਈ ਹੈ। ਕੈਮਰਾਮੈਨ ਅਮਿਤ ਪਨੇਸਰ ਨਾਲ, ਜਿਸ ਕਾਰਨ ਚੈਨਲ ਪੰਜਾਬੀ ਸਰੀ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।